ਇਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਤੇਰੇ ਕਵਨ ਕਵਨ ਗੁਣ ਕਹਿ ਕਹੇ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ। ਤੁਮਰੀ ਮਹਿਮਾ ਵਰਨ ਨਾ ਸਾਕੋ, ਤੂੰ ਠਾਕੁਰ ਊਚ ਭਗਵਾਨਾ। ਤੁਮਰੀ ਮਹਿਮਾ ਵਰਨ ਨਾ ਸਾਕੋ, ਤੂੰ ਠਾਕੁਰ ਊਚ ਭਗਵਾਨਾ। ਸਤਿਨਾਮ ਵਾਹਿਗੁਰੂ ਸਾਹਿਬ ਜੀਓ। ਸੂਹੀ ਮਹਲਾ ਤੀਜਾ। ਹਰਿ 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 ਗੁਣ ਗਾਵੋ, ਹਰਿ ਗੁਰਮੁਖੇ ਪਾਏ ਰਾਮ। ਅਨਦਿਨੋ ਸ਼ਬਦ ਰਵੋ, ਅਨਹਦ ਸ਼ਬਦ ਵਜਾਏ ਰਾਮ। ਹਰਿ 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 ਗੁਣ ਗਾਵੋ, ਹਰਿ ਗੁਰਮੁਖੇ ਪਾਏ ਰਾਮ। ਅਨਦਿਨੋ ਸ਼ਬਦ ਰਵੋ, ਅਨਹਦ ਸ਼ਬਦ ਵਜਾਏ ਰਾਮ। ਅਨਹਦ ਸ਼ਬਦ ਵਜਾਏ ਹਰਿ ਜੀਓ ਘਰ ਆਏ। ਹਰਿ ਗੁਣ ਗਾਵੋ ਨਾਰੀ, ਅਨਦਿਨ ਭਗਤ ਕਰੈ ਗੁਰ ਆਗੈ। ਸਾਤਨ ਕੰਤ ਪਿਆਰੀ, ਗੁਰ ਕਾ ਸ਼ਬਦ ਵਸਿਆ ਘਟ ਅੰਤਰ। ਸੇ ਜਨ ਸ਼ਬਦ ਸੁਹਾਏ, ਨਾਨਕ ਤਿਨ ਕਰ ਸਦ ਹੀ ਸੁਹੇਲਾ। ਹਰ ਕਰ ਕਿਰਪਾ ਕਰ ਆਏ। ਭਗਤਾਂ ਮਨ ਆਨੰਦ ਭਇਆ, ਹਰ ਨਾਮ ਰਹੇ ਲਿਵ ਲਾਏ ਰਾਮ। ਗੁਰਮੁਖੇ ਮਨ ਨਿਰਮਲ ਹੋਆ, ਨਿਰਮਲ ਹਰ ਗੁਣ ਗਾਏ ਰਾਮ। ਨਿਰਮਲ ਗੁਣ ਗਾਏ ਨਾਮ ਮਨ ਵਸਾਏ। ਹਰ ਕੀ ਅੰਮ੍ਰਿਤ ਬਾਣੀ, ਜਿਨ ਮਨ ਵਸਿਆ ਸੇਈ ਜਨ ਨਿਸਤਰੇ। ਖਟ ਖਟ ਸ਼ਬਦ ਸਮਾਣੀ, ਤੇਰੇ ਗੁਣ ਗਾਵਹਿ ਸਹਿਜ ਸਮਾਵਹਿ। ਸ਼ਬਦੇ ਮੇਲ ਮਿਲਾਏ, ਨਾਨਕ ਸਫਲ ਜਨਮ ਤਿਨ ਕੇਰਾ। ਜੇ ਸਤਿਗੁਰ ਹਰ ਮਾਰਗ ਪਾਏ। ਤੇਰੇ ਗੁਣ ਗਾਵੈ ਸਹਿਜ ਸਮਾਵੈ, ਸ਼ਬਦੇ ਮੇਲ ਮਿਲਾਏ। ਨਾਨਕ ਸਫਲ ਜਨਮ ਤਿਨ ਕੇਰਾ। ਜੇ ਸਤਿਗੁਰ ਹਰ ਮਾਰਗ ਪਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ। ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ। ਗੁਰੂ ਪਾਤਸ਼ਾਹ ਜੀ ਦੀ ਅਪਾਰ ਬਖਸ਼ਿਸ਼ ਹੈ। ਇਸ ਚੱਲ ਰਹੇ ਜੀਵਨ ਪ੍ਰਵਾਹ ਵਿੱਚ ਕੁਝ ਸਮਾਂ ਸ਼ਬਦ ਦੇ ਆਗੋਸ਼ ਵਿੱਚ ਸੁਰਤ ਕਰਕੇ ਬੈਠਣ ਦਾ, ਅਮਾਉਣ ਦਾ ਮਿਲ ਰਿਹਾ ਹੈ। ਭਾਵੇਂ ਕਿ ਸਾਡੇ ਅੱਜ ਕੱਲ੍ਹ ਦੀਵਾਨ ਵਰਚੁਅਲ ਨੇ, ਆਪ ਪੂਰੇ ਗਲੋਬਲ ਸਾਈਡ ਤੋਂ ਕਿਹਾ ਜਾਏ ਇੱਕ ਵੱਡਾ ਹਿੱਸਾ ਸੰਗਤ ਦਾ ਗੁਰਸ਼ਬਦ ਦੀ ਆਭਾ ਨੂੰ ਮਾਣਦਾ ਹੈ। ਅਜੇ ਹੁਣੇ ਗੁਰਬਾਣੀ ਕੀਰਤਨ ਹੋ ਰਿਹਾ ਸੀਗਾ। ਇਸ ਅਗਲੇਰੇ ਸਮੇਂ ਵਿੱਚ ਸ਼ਬਦ ਵਿਆਖਿਆ ਹੈ। ਇਸ ਗੋਚਰੇ
ਸੂਹੀ ਰਾਗ ਦੇ ਛੰਤਾਂ ਦੀ ਵਿਚਾਰ ਹੁੰਦੀ ਹੈ। ਗੁਰੂ ਅਮਰਦਾਸ ਪਾਤਸ਼ਾਹ ਦੁਆਰਾ ਉਚਰਿਤ ਕੀਤੀ ਗਈ ਇਹ ਮੁਕਾਮੀ ਬਾਣੀ ਸਾਨੂੰ ਪ੍ਰਾਪਤ ਹੈ। ਜੋ ਬਚਨ ਆਪ ਨੇ ਸਰਵਨ ਕੀਤਾ ਹੈ, ਇਸ ਛੰਤ ਦੇ 2 ਪਦੇ ਆਪ ਜੀ ਦੇ ਸਮਕਕਸ਼ ਪੜ੍ਹੇ ਗਏ ਨੇ। ਇੱਕ ਪਦੇ ਦੀ ਵਿਆਖਿਆ ਬੀਤੇ ਕੱਲ ਹੋਈ ਸੀ। ਜੋ 2 ਨੰਬਰ ਬੰਦ ਹੈ ਉਹਦੀ ਵਿਆਖਿਆ ਵਿਵੇਚਨਾ ਅੱਜ ਹੋਏਗੀ। ਬਚਨ ਪ੍ਰਾਰੰਭ ਕਰਦੇ ਹਾਂ। ਗੁਰੂ ਅਮਰਦਾਸ ਸਾਹਿਬ ਜੋ ਜ਼ਿਕਰ ਕਰਦੇ ਨੇ, ਭਗਤਾਂ ਮਨ ਆਨੰਦ ਭਇਆ, ਹਰ ਨਾਮ ਰਹੇ ਲਿਵਲਾਏ ਰਾਮ, ਗੁਰਮੁਖੇ ਮਨ ਨਿਰਮਲ ਹੋਵਾ, ਨਿਰਮਲ ਹਰ ਗੁਣ ਗਾਏ ਰਾਮ। ਜੋ ਆਨੰਦ ਦੀ ਅਵਸਥਾ ਆ, ਜਿਹਨੂੰ ਕਿਹਾ ਜਾਂਦਾ ਕਿ ਹਾਈਐਸਟ ਲੈਵਲ ਆਫ ਪਲੈਜ਼ਰ, ਇਸ ਦੀ ਵਿਆਖਿਆ ਗੁਰੂ ਅਮਰਦਾਸ ਸਾਹਿਬ ਜੀ ਤੋਂ ਵਧੀਆ ਕੌਣ ਕਰੇਗਾ। ਉਹਨਾਂ ਦੀ ਬਾਣੀ ਹੈ ਅਤੇ ਉਹਨਾਂ ਦੀ ਰਚਨਾਵਾਂ 'ਚ ਤੁਸੀਂ ਇਹਦੇ ਬਾਰੇ ਅਕਸਰ ਜ਼ਿਕਰ ਪੜ੍ਹਦੇ ਹੋ। ਈਵਨ ਇੱਕ ਪੂਰੀ ਰਚਨਾ ਦਾ ਨਾਮ ਹੀ ਆਨੰਦ ਰੱਖਿਆ, ਆਨੰਦ ਸਾਹਿਬ, ਜਿਹੜਾ ਬੀਇੰਗ ਏ ਸਿੱਖ ਅਸੀਂ ਆਪਣੇ ਖਾਸ ਕਰਕੇ ਆਪਣੇ ਜੋ ਸਾਡੇ ਜਿਤਨੇ ਵੀ ਗੁਰਮਤਿ ਰਿਲੇਟਡ ਓਕੇਜਨਸ ਹੁੰਦੇ ਨੇ, ਸਮਾਗਮ ਹੁੰਦੇ ਨੇ, ਸਾਰੇ ਸਭ ਤੋਂ ਵੱਧ ਪੜ੍ਹਦੇ ਆ ਆਨੰਦ ਸਾਹਿਬ। ਸੋ ਸਾਹਿਬ ਪਾਤਸ਼ਾਹ ਨੇ ਆਨੰਦ ਨੂੰ ਪ੍ਰੋਪਰ ਡਿਫਾਈਨ ਕੀਤਾ। ਆਨੰਦ ਦਾ ਮਤਲਬ ਕੀ ਹੈ? ਅਦਰਵਾਈਜ਼ ਹੋਏਗਾ ਇਹ ਕਿ ਇੱਕ ਵਾਸਤੇ ਇੱਕ ਪਲੈਜ਼ਰ ਚੀਜ਼ ਦੇਣ ਵਾਲੀ, ਦੂਸਰੇ ਵਾਸਤੇ ਉਹੀ ਚੀਜ਼ ਕਸ਼ਟਦਾਈ ਹੈ, ਤੀਸਰੇ ਲਈ ਸ਼ਾਇਦ ਉਹ ਚੀਜ਼ ਹੋਰ ਡਿਫਰੈਂਟ ਮੀਨਿੰਗ ਰੱਖਦੀ ਹੋਏ। ਸੋ ਇੱਕ ਯੂਨੀਵਰਸਲ ਕ੍ਰਾਈਟੀਰੀਆ ਦਿੱਤਾ ਸਾਨੂੰ ਕਿ ਆਨੰਦ ਨੂੰ ਸਹੀ ਰੂਪ ਵਿੱਚ ਡਿਫਾਈਨ ਕਰੋ, ਸਹੀ ਰੂਪ ਵਿੱਚ ਸਮਝੋ, ਅਹਿਸਾਸੋ, ਜਾਣੋ ਇਸ ਨੂੰ। ਇਸ ਨੂੰ ਕਈ ਲੈਵਲ 'ਤੇ ਅਸੀਂ ਦੇਖ ਸਕਦੇ ਹਾਂ। ਜਿਵੇਂ ਅੱਜ ਕੱਲ੍ਹ ਮਲਟੀਕਲਚਰਲ ਸੁਸਾਇਟੀ ਬਣ ਗਈ, ਆਲ ਓਵਰ ਦਾ ਗਲੋਬ ਹੀ ਬਣ ਗਈ ਆਲਮੋਸਟ। ਡਿਫਰੈਂਟ ਕਲਚਰਲ ਸਾਈਟਸ ਤੋਂ ਲੋਕਾਂ ਦੀਆਂ ਇੱਕ ਦੂਜੇ ਨਾਲ ਜਿਹੜੀਆਂ ਨੇ ਇੱਕ ਤਰ੍ਹਾਂ ਦੀ ਕਹਿ ਲਓ ਕਿ ਇੰਟਰੈਕਸ਼ਨਸ ਹੁੰਦੀਆਂ ਨੇ, ਇੱਕ ਦੂਜੇ ਦੇ ਨਾਲ ਉਹਨਾਂ ਦੀ ਇੰਟੀਗ੍ਰੇਸ਼ਨ ਹੁੰਦੀ ਹੈ, ਸਾਂਝ ਬਣਦੀ ਹੈ। ਉਹਦੇ ਵਿੱਚ ਕਈ ਵਾਰ ਦੇਖਿਆ ਜਾਂਦਾ ਹੈ ਇੱਕ ਕਲਚਰ ਵਿੱਚ ਰਹਿਣ ਵਾਲੇ ਲੋਕਾਂ ਨੂੰ ਫੂਡ ਇੱਕ ਸਰਟਨ ਵੇ ਨਾਲ ਖਾਣਾ ਚੰਗਾ ਲੱਗਦਾ ਹੈ, ਦੂਸਰੇ ਉਸ ਫੂਡ ਨੂੰ ਬਿਲਕੁਲ ਇਹਨਾਂ ਨੂੰ ਖਾਂਦੇ ਵੇਖ ਕੇ ਕਹਿੰਦੇ ਨੇ ਹੱਦ ਹੋ ਗਈ, ਐਵੇਂ ਵੀ ਖਾਧਾ ਜਾ ਸਕਦਾ, ਕਮਾਲ, ਐਵੇਂ ਤੇ ਖਾਣਾ ਠੀਕ ਨਹੀਂ। ਉਹਨਾਂ ਲਈ ਹਾਈਐਸਟ ਲੈਵਲ ਆਫ ਪਲੈਜ਼ਰ ਹੈ, ਖੁਸ਼ੀ ਆ ਉਹਨਾਂ ਨੂੰ ਦੇ ਰਿਹਾ ਵੀ ਐਵੇਂ ਖਾਣ ਨੂੰ ਮਿਲ ਜੇ, ਕਿਆ ਬਾਤ ਹੈ। ਦੂਸਰੇ ਲਈ ਨਾ ਇਹ ਨਹੀਂ, ਮੈਨੂੰ ਤੇ ਮੇਰੀ ਟ੍ਰੈਡੀਸ਼ਨ ਦੇ ਮੁਤਾਬਕ ਮਿਲੇ। ਸੋ ਇਹ ਹੁੰਦਾ ਵੀ ਬਹੁਤ ਆਏ ਤਾਂ ਐਵੇਂ ਹੀ ਹੈ। ਬੰਦਾ ਖੁਸ਼ੀ ਖਾਣ ਵਿੱਚੋਂ ਲੱਭ ਰਿਹਾ ਹੈ, ਪਾਣ ਵਿੱਚੋਂ ਲੱਭ ਰਿਹਾ ਹੈ, ਆਲੇ ਦੁਆਲੇ ਨੂੰ ਕੁਝ ਖਰੀਦ ਕੇ, ਕੁਝ ਆਪਣਾ ਬਣਾ ਕੇ, ਕਿਸੇ ਕੋਈ ਪੋਜੈਸ਼ਨ ਜਿਹੜੀ ਅਖਤਿਆਰ ਕਰਕੇ ਉਹਦੇ 'ਚੋਂ ਲੱਭ ਰਿਹਾ। ਇਹ ਚੀਜ਼ਾਂ ਇਸ ਤਰੀਕੇ ਚੱਲ ਰਹੀਆਂ ਨੇ। ਪਰ ਇਹ ਸਭ ਨੂੰ ਦੇਖੋਗੇ, ਹਾਲਾਂਕਿ ਗੁਰਬਾਣੀ ਨੇ ਖਾਣ ਪਾਣ, ਰਹਿਣ ਸਹਿਣ ਦੀ ਖੁਸ਼ੀ ਨੂੰ ਨਾ ਤੇ ਨਕਾਰਿਆ ਆ ਅਤੇ ਨਾ ਸਾਨੂੰ ਇਹ ਕਿਹਾ ਕਿ ਇਸ ਤੋਂ ਦੂਰ ਚਲੇ ਜਾਓ। ਸਾਡੇ ਘਰ ਦੇ ਵਿੱਚ ਤਾਂ ਬੜਾ ਸਿੰਪਲ ਪਰਿਭਾਸ਼ਾ ਹੈ ਗੁਰੂ ਸਾਹਿਬ ਦੀ। ਗੁਰੂ ਸਾਹਿਬ ਕਹਿੰਦੇ ਹਸੰਦਿਆਂ, ਖਿਲੰਦਿਆਂ, ਪਹਿਨੰਦਿਆਂ, ਖਾਵੰਦਿਆਂ ਵਿੱਚੇ ਹੋਵੇ ਮੁਕਤ। ਜੀਵਨ ਵਿੱਚ ਹੱਸਣਾ ਬੜਾ ਜ਼ਰੂਰੀ ਹੈ। ਜੀਵਨ 'ਚ ਹਾਸੇ ਹੋਣੇ ਚਾਹੀਦੇ ਨੇ, ਠੱਠੇ ਖੇੜੇ, ਇਸ ਤੋਂ ਬਿਨਾਂ ਜੀਵਨ ਨਹੀਂ ਚੱਲਦਾ। ਹਸੰਦਿਆਂ, ਖਿਲੰਦਿਆਂ, ਖੇਡਾਂ ਹੋਣ ਜੀਵਨ ਦੇ ਵਿੱਚ। ਈਵਨ ਸਾਡੇ ਤੇ ਘਰਾਂ ਥਾਵਾਂ ਦੇ ਵਿੱਚ ਜਾਂ ਸਾਡੀ ਬੋਲੀ ਦੇ ਵਿੱਚ ਇਹ ਗੱਲ ਕਹੀ ਜਾਂਦੀ ਹੈ ਕਿ ਜਦੋਂ ਕੋਈ ਕਿਸੇ ਨੂੰ ਪੁੱਛਦਾ ਨਾ ਕਿ ਵਟ ਡੂ ਯੂ ਡੂ ਫਾਰ ਲਿਵਿੰਗ, ਮਤਲਬ ਕੰਮ ਕੀ ਕਰਦੇ ਹੋ, ਅਸੀਂ ਇਸ ਤਰੀਕੇ ਨਾਲ ਜੇ ਅਸੀਂ ਕਲਚਰਲ ਸਾਈਡ ਤੋਂ ਲੈ ਕੇ ਆਈਏ ਤਾਂ ਸਾਡੇ ਕਿਹਾ ਜਾਂਦਾ ਹੈ ਵੀ ਸ਼ੁਗਲ ਕੀ ਰੱਖਿਆ। ਭਾਵੇਂ ਸ਼ੁਗਲ ਆ, ਇਹ ਖੇਡਣਾ ਸ਼ੁਗਲ ਆ। ਇਹੀ ਹੁੰਦਾ ਵੀ ਜਿੰਨਾ ਕੰਮ ਹੈ ਉਹਨੂੰ ਖੇਡ ਦੀ ਤਰ੍ਹਾਂ ਲੈਣਾ, ਵੀ ਮੈਂ ਖੇਡ ਰਿਹਾ, ਪਲੇ ਕਰ ਰਿਹਾ, ਕਾਇੰਡ ਆਫ ਲਾਈਕ ਦੈਟ, ਮਤਲਬ ਲਾਈਟ ਮਾਈਂਡਡ ਹੋ ਕੇ ਜੀਣਾ। ਅਦਰਵਾਈਜ਼ ਜੇ ਬੰਦਾ ਅੱਜ ਤੁਸੀਂ ਦੇਖੋਗੇ ਨਾ ਕੰਮ ਦਾ ਸਟ੍ਰੈਸ, ਕੰਮ ਕਾਹਦਾ ਸਟ੍ਰੈਸ ਹੈ ਭਾਈ? ਕੰਮ ਤੇ ਤੁਹਾਡੇ ਵੱਲੋਂ ਜੋ ਤੁਹਾਡੇ ਕੋਲ ਐਨਰਜੀ, ਉਹਦੇ ਐਨਰਜੀ ਨੂੰ ਤੁਸੀਂ ਆਪਣੇ ਇਮਾਨਦਾਰੀ ਨਾਲ ਕੰਟਰੀਬਿਊਟ ਕਰਦੇ ਹੋ। ਉਹਦੇ ਵਿੱਚ ਤੁਸੀਂ ਤੇ ਤੁਹਾਡਾ ਕੰਮ ਦੋਵੇਂ ਇੱਕ ਦੂਜੇ ਤੋਂ ਵੱਖਰੇ ਨੇ। ਤੁਸੀਂ ਆਪਣੇ ਆਪ ਨੂੰ ਸੰਭਾਲਣਾ ਆ, ਦੇਖਣਾ ਆ, ਸਭ ਕੁਝ। ਕੰਮ ਤੇ ਸਿਰਫ ਤੁਸੀਂ ਇੱਕ ਪਲੇ ਕਰਨਾ ਹੈ, ਗੇਮ, ਬਸ ਖੇਡ ਪਲੇ ਕਰ ਰਹੇ ਹੋ ਇੱਕ ਇਸ ਰੂਪ ਦੇ ਵਿੱਚ। ਜਿੱਥੇ ਲੋਕੀ ਇਹ ਲਾਈਨ ਭੁੱਲ ਜਾਂਦੇ, ਇੱਕ ਤਰ੍ਹਾਂ ਦਾ ਕਹਿ ਲਓ ਕਿ ਇਸ ਤਰੀਕੇ ਨਾਲ ਇਨਵੋਲਵ ਹੋ ਜਾਂਦੇ ਕਿ ਬਸ ਉਹਨੂੰ ਹੀ ਜਿਉਣਾ ਮਰਨਾ ਬਣਾ ਲੈਂਦੇ, ਅਤੇ ਅਲਟੀਮੇਟਲੀ ਹੁੰਦਾ ਕੀ ਹੈ, ਫਿਰ ਉਹ ਚੀਜ਼ ਸਟਰੈਸ ਦੇ ਦਿੰਦੀ ਹੈ। ਜਿਵੇਂ ਹੀ ਉਹ ਸਟਰੈਸਡ ਉਸ ਤਰੀਕੇ ਨਾਲ ਹੁੰਦੇ ਨੇ ਉਹਦੇ ਵਿੱਚ,
ਤੇ ਬਸ ਫਿਰ ਉਹ ਉਹੀ ਕੰਮ ਕਰਨ ਦੇ ਕਾਬਿਲ ਵੀ ਨਹੀਂ ਰਹਿ ਜਾਂਦੇ ਜਿਹਦਾ ਇੰਨਾ ਫਿਕਰ ਕਰਦੇ ਸੀਗੇ, ਜਿਹਦੇ ਬਾਰੇ ਇੰਨੇ ਪਸ਼ੇਮੀਨ ਸੀਗੇ। ਸੋ ਇਹ ਹੈ ਜੀਵਨ ਵਿੱਚ ਖੇਡਣਾ। ਤੇ ਈਵਨ ਹੋਰ ਜੇ ਸਹੀ ਰੂਪ ਵਿੱਚ ਬਾਤ ਕਹਾਂ ਮੈਂ ਤਾਂ ਇਹ ਹੈ ਕਿ ਜਿਵੇਂ ਸਟੱਡੀਜ਼ ਆ ਰਹੀਆਂ ਨੇ, ਜਿਵੇਂ ਸਾਡੀਆਂ ਕੁਝ ਲੀਜ਼ਰ ਐਕਟੀਵਿਟੀਜ਼ ਹੁੰਦੀਆਂ ਨੇ ਜਿਹਦੇ 'ਚ ਗੇਮ ਇਜ਼ ਅ ਵੈਰੀ ਇੰਪੋਰਟੈਂਟ ਥਿੰਗ, ਇਟਸ ਅ ਵੈਰੀ ਇੰਪੋਰਟੈਂਟ ਪਾਰਟ। ਸਾਨੂੰ ਕੁਝ ਨਾ ਕੁਝ ਖੇਡ ਜ਼ਰੂਰ ਰੱਖਣੀ ਚਾਹੀਦੀ ਹੈ। ਗੁਰੂ ਬਾਬਾ ਜੀ ਦੇ ਅਸੀਂ ਜੀਵਨ ਯਾਪਨ 'ਚ ਦੇਖਦੇ ਹਾਂ, ਗੁਰੂ ਸਾਹਿਬ ਮੱਲ ਅਖਾੜੇ ਲਾਉਂਦੇ ਹੁੰਦੇ ਸੀ, ਆਪ ਕੁਸ਼ਤੀਆਂ ਕਰਾਉਣੀਆਂ, ਬੱਚਿਆਂ ਦੇ ਘੋਲ ਕਰਾਉਣੇ, ਆਪ ਘੋਲ ਕਰਾਉਣੇ। ਉਸ ਤਰੀਕੇ ਦੇ ਨਾਲ ਗੁਰੂ ਮਹਾਰਾਜ ਦੇ ਅਸੀਂ ਜੀਵਨ ਵਿੱਚ ਪੜ੍ਹਦੇ ਹਾਂ। ਘੋੜ ਸਵਾਰੀ ਕਰਨੀ ਬੜੇ ਵੱਡੇ ਲੈਵਲ 'ਤੇ। ਅਸੀਂ ਤਾਂ ਗੁਰੂ ਅਰਜਨ ਸਾਹਿਬ ਨੂੰ ਯਾਦ ਕਰਦੇ ਹਾਂ ਕਿ ਉਹ ਸ਼ਾਂਤੀ ਦੇ ਪੁੰਜ ਸੀਗੇ, ਉਹ ਤੇ ਬਾਣੀ ਦੇ ਬੋਹਿਤ ਸੀਗੇ, ਮਤਲਬ ਸਪਿਰਿਚੁਅਲ ਲਿਟਰੇਚਰ 'ਚ ਹਾਈਲੀ ਸੁਪੀਰੀਅਰ ਹਸਤੀ ਸੀ ਉਹਨਾਂ ਦੀ। ਉਹਨਾਂ ਦਾ ਜੀਵਨ ਕਰਮ ਜਿਹੜਾ ਹੈ ਬੜਾ ਸਹਿਜ ਸਰਲ ਅਤੇ ਸਾਰਾ ਮਤਲਬ ਇੰਟਲੈਕਚੁਅਲ ਸਾਈਡ ਦਾ ਵਰਕ ਹੈ ਉਹਨਾਂ ਦਾ ਸਾਰਾ ਦਾ ਸਾਰਾ। ਬੜੇ ਉਸ ਕਿਸਮ ਦੀ ਬਾਤ ਆ। ਜਦੋਂ ਹਿਸਟਰੀ ਪੜ੍ਹਦੇ ਹਾਂ ਪਤਾ ਲੱਗਦਾ ਉਹਨਾਂ ਵਰਗਾ ਤਾਂ ਘੋੜ ਸਵਾਰ ਹੀ ਕੋਈ ਨਹੀਂ ਸੀਗਾ। ਕਮਾਲ ਦੇ ਘੋੜ ਸਵਾਰ ਸੀਗੇ। ਇਹ ਮਤਲਬ ਅੱਖ ਦੇ ਫੋਰ ਦੇ ਵਿੱਚ ਇਸ ਤਰੀਕੇ ਨਾਲ ਘੋੜਾ ਹਵਾ ਕਰ ਦਿੰਦੇ ਸੀਗੇ। ਉਹਦੇ ਉੱਤੇ ਫਿਰ ਇਕੱਲਾ ਇਹ ਨਹੀਂ, ਜਦੋਂ ਮੋਹ ਪਿੰਡ ਜਿਹੜਾ ਹੈਗਾ ਬਰਾਤ ਲੈ ਕੇ ਗਏ ਅਤੇ ਉੱਥੇ ਅਕਸਰ ਬਾਤ ਹੋਈ ਇਸ ਕਿਸਮ ਦੀ ਕਿ ਉਹ ਕਹਿੰਦੇ ਚਰਚਾ ਹੋਈ ਕਿ ਇੱਥੇ ਕੋਈ ਸਾਧੂ ਪੁਰਖ ਆ ਅਤੇ ਜੀਵਨ ਦਾ ਤਾਂ ਤਿਆਗੀ ਬਰਾਗੀ ਲੱਗਦਾ ਆ, ਇਹਦੇ ਨਾਲ ਅਸੀਂ ਬੱਚੀ ਕਿਵੇਂ ਵਿਆਹਾਂਗੇ, ਇਹ ਤਾਂ ਠੀਕ ਨਹੀਂ। ਇਹੋ ਜਿਹੀ ਗੱਲ ਹਿਸਟੋਰੀਕਲ ਸਾਈਡ ਤੁਸੀਂ ਪੜ੍ਹਦੇ ਆ। ਅਤੇ ਉਦੋਂ ਕਿਹਾ ਗਿਆ ਕਿ ਠੀਕ ਹੈ, ਹੁਣੇ ਪਤਾ ਲੱਗ ਜਾਏਗਾ ਕਿ ਇਹ ਘੋੜਾ ਚਲਾ ਲੈਂਦਾ, ਘੋੜੇ 'ਤੇ ਬਿਠਾਉਣਾ ਕਿਤੇ ਘੋੜੇ 'ਤੇ ਬਹਿ ਕੇ ਤਿਆਰ ਆ। ਨਹੀਂ ਪਰ ਫਿਰ ਵੀ ਥੋੜ੍ਹਾ ਦੌੜਾ ਕੇ ਵਿਖਾਏਗਾ। ਉਹ ਕਹਿੰਦੇ ਨਹੀਂ ਇਕੱਲਾ ਇਹ ਨਹੀਂ। ਅਸਲ 'ਚ ਕੰਮ ਕਰਦੇ ਹਾਂ ਨੇਜੇ ਦੇ ਨਾਲ ਇਹਦੇ ਕੋਲੋਂ ਕਿੱਲਾ ਪੜਵਾਉਂਦੇ ਹਾਂ। ਮਤਲਬ ਇੱਕ ਬੜੀ ਵਧੀਆ ਇੱਕ ਕਹਿ ਲਓ ਕਿ ਇੱਕ ਸਾਡੇ ਉਸ ਖਿੱਤੇ ਦੇ ਵਿੱਚ ਜਿਵੇਂ ਬਾਅਦ ਦੇ ਵਿੱਚ ਜਿਹੜੀ ਅਪੋਲੋ ਗੇਮ ਆ, ਅਸਲ 'ਚ ਦੋ ਗੇਮਾਂ ਦਾ ਮਿਕਸਚਰ ਆ ਜਿਹਦੇ 'ਚ ਹਾਕੀ ਹੈ ਅਤੇ ਘੋੜ ਸਵਾਰੀ ਦੇ ਵਿੱਚ ਜਿਹੜਾ ਕਿੱਲਾ ਪੱਟਣਾ, ਖਾਸ ਕਰਕੇ ਉਹਨਾਂ ਦੋਵਾਂ ਦਾ ਸੁਮੇਲ ਆ ਵੀ ਤੁਸੀਂ ਮਲਟੀ ਟਾਸਕ ਕਰ ਰਹੇ ਹੋ। ਇੱਕੋ ਸਮੇਂ ਦੇ ਵਿੱਚ ਤੁਸੀਂ ਇੱਕ ਪਾਸੇ ਤੇ ਇੱਕ ਚੀਜ਼ ਨੂੰ ਹੈਂਡਲ ਕਰ ਰਹੇ ਹੋ, ਦੂਸਰੇ ਪਾਸੇ ਘੋੜੇ ਨੂੰ ਹੈਂਡਲ ਕਰ ਰਹੇ ਹੋ ਅਤੇ ਨਿਸ਼ਾਨਾ ਬਿਲਕੁਲ ਬਾਲ ਦੇ ਉੱਤੇ ਲਗਾਉਣਾ ਆ। ਉਹਦੇ ਵਿੱਚ ਇਹ ਹੁੰਦਾ ਸੀਗਾ ਕਿ ਇਤਨੀ ਰਫਤਾਰ ਦੇ ਨਾਲ ਘੋੜਾ ਲੈ ਕੇ ਆਉਣਾ ਅਤੇ ਉਸ ਰਫਤਾਰ ਦੇ ਨਾਲ ਜਾਂਦਿਆਂ ਮਤਲਬ ਉਹਦੇ 'ਚ ਲਗਾ ਕੇ ਨੇਜਾ ਜਿਹੜਾ ਹੈਗਾ ਸ਼ਾਰਪਨ ਐਜ ਜਿਹੜੀ ਉਸ ਸਟਿਕ ਦੇ ਅੱਗੇ ਲੱਗੀ ਹੈਗੀ ਉਹਨੂੰ ਲਗਾ ਕੇ ਅਤੇ ਕਿੱਲੇ ਨੂੰ ਉਖਾੜ ਕੇ ਸੁੱਟ ਦੇਣਾ। ਰਾਏਪੁਰ ਦੀਆਂ ਗੇਮਸ ਦੇ ਵਿੱਚ ਜਿਹੜਾ ਹੈਗਾ ਤੁਸੀਂ ਕਦੇ ਦੇਖਦੇ ਹੋ ਜਾਂ ਕਿਤੇ ਮਹੱਲੇ ਕੱਢਦੇ ਨੇ ਜਦੋਂ ਨਿਹੰਗ ਸਿੰਘ, ਉਦੋਂ ਇਹੋ ਜਿਹੀਆਂ ਗੇਮਸ ਦਿਖਾਉਂਦੇ ਨੇ। ਗੁਰੂ ਅਰਜਨ ਸਾਹਿਬ ਨੂੰ ਕਿਹਾ ਗਿਆ ਕਿ ਤੁਸੀਂ ਕਰ ਸਕਦੇ ਹੋ। ਠੀਕ ਹੈ ਭਾਈ, ਜ਼ਰੂਰ। ਗੁਰੂ ਅਰਜਨ ਸਾਹਿਬ ਉਹ ਤਾਂ ਡੈਫੀਨੇਟਲੀ ਇੱਕ ਦਿਨ ਤੇ ਨਹੀਂ ਨਾ, ਪਿੱਛੋਂ ਬਚਪਨ ਤੋਂ ਤੁਰੇ ਆਉਂਦੇ ਨੇ, ਉਹ ਸਾਰਾ ਜੀਵਨ ਆਪਣੇ ਖੇਡਾਂ ਖੇਡਦੇ ਆਏ ਨੇ। ਉਹਨੇ ਕਿਹਾ ਠੀਕ ਹੈ, ਫਿਰ ਇੱਕ ਕੰਮ ਕਰਦੇ ਹਾਂ, ਕਿੱਲਾ ਤੇ ਹੋ ਸਕਦਾ ਪੱਟਦੇ, ਆਪਾਂ ਇੱਕ ਕੰਮ ਕਰਦੇ ਹਾਂ, ਮੁੱਢ ਇੱਕ ਦਰਖਤ ਜਿਹੜਾ ਹੈਗਾ ਉਸ ਨੂੰ ਪੂਰਾ ਪ੍ਰੋਪਰ ਇੱਕ ਟਰੀ ਨੂੰ ਜਿਹੜਾ ਹੈਗਾ ਉੱਤੋਂ ਕੱਟ ਕੇ ਅਤੇ ਉਹਦਾ ਜਿਹੜਾ ਥੱਲਾ ਮੁੱਢ ਹੁੰਦਾ ਪੂਰਾ ਦਾ ਪੂਰਾ ਉਹਨੂੰ ਛਾਂਗ ਕੇ ਕਿੱਲਾ ਬਣਾ ਤਾ ਵੀ ਕਿੱਲਾ ਹੀ ਹੈ ਜੀ। ਵੀ ਕਿੱਲਾ ਤਾਂ ਪੱਟਿਆ ਜਾਏਗਾ, ਮੁੱਢ ਥੋੜ੍ਹਾ ਪੱਟਿਆ ਜਾਏਗਾ। ਪਰ ਗੁਰੂ ਅਰਜਨ ਸਾਹਿਬ ਸੀਗੇ ਇੰਨੀ ਮਤਲਬ ਕਹਿੰਦੇ ਰਫਤਾਰ ਦੇ ਨਾਲ ਘੋੜਾ ਲੈ ਕੇ ਇਤਨੀ ਜ਼ੋਰ ਲਾ ਕੇ ਨੇਜਾ ਉਹਦੇ ਵਿੱਚ ਲਗਾਇਆ, ਨੇਜੇ ਦੇ ਉਸ ਜ਼ੋਰ ਦੇ ਨਾਲ ਮੁੱਢ ਹੀ ਪੱਟ ਕੇ ਰੱਖ ਦਿੱਤਾ। ਸੋ ਇਹ ਚੀਜ਼ਾਂ ਦੱਸਦੀਆਂ ਨੇ ਕਿ ਜੀਵਨ ਦੇ 'ਚ ਸਾਰੇ ਰੰਗ ਚਾਹੀਦੇ ਨੇ, ਇੱਥੇ ਹੱਸਣਾ ਵੀ ਚਾਹੀਦਾ ਆ। ਅਸੀਂ ਗੁਰੂ ਸਾਹਿਬ ਦੇ ਜੀਵਨ ਯਾਪਨ 'ਚ ਵੇਖਦੇ ਹਾਂ ਸੁਥਰੇ ਸ਼ਾਹ ਵਰਗੇ ਲੋਕ। ਮਤਲਬ ਕਈ ਵਾਰ ਸਮਾਜ ਵਿੱਚ ਕੀ ਹੁੰਦਾ ਹੈ ਕਿ ਅਸੀਂ ਇੱਕ ਦੂਜੇ ਨੂੰ ਗੱਲ ਕਰਨ ਲੱਗੇ ਹਾਂ, ਸਤਿਕਾਰ ਅਦਬ ਆਪਣੀ ਜਗ੍ਹਾ ਹੈ, ਬਿਲਕੁਲ ਸਭ ਦਾ ਸਥਾਪਿਤ ਰੱਖਿਆ ਜਾਏ, ਪਰ ਕੁਝ ਇਹੋ ਜਿਹੇ ਸਮੇਂ ਹੋਣ ਜਿਹਦੇ ਵਿੱਚ ਅਸੀਂ ਇੱਕ ਦੂਜੇ ਨੂੰ ਮਜ਼ਾਕ ਵੀ ਕਰ ਸਕੀਏ, ਇੱਕ ਦੂਜੇ ਦੇ ਨਾਲ ਹੱਸ ਖੇਡ ਵੀ ਸਕੀਏ, ਠੱਠਾ ਵੀ ਹੋਏ ਥੋੜ੍ਹਾ ਬਹੁਤਾ, ਇਹ ਵੀ ਚੀਜ਼ ਲਾਜ਼ਮੀ ਹੈ। ਜਿਵੇਂ ਸੁਥਰੇ ਸ਼ਾਹ ਦੀ ਬਾਤ ਅਸੀਂ ਪੜ੍ਹਦੇ ਹਾਂ ਅਤੇ ਉਹ ਕਹਿੰਦੇ ਨੇ ਗੁਰੂ ਸਾਹਿਬ ਦੇ ਕੋਲ ਆਇਆ ਅਤੇ ਗੁਰੂ ਸਾਹਿਬ ਨੂੰ ਆ ਕੇ ਕਹਿੰਦਾ ਵੀ ਗੁਰੂ ਸਾਹਿਬ ਗੱਲ ਇਹ ਹੈ ਕਿ ਅਸਲ ਤੇ ਪਰਖ ਗੁਰੂ ਕਰਦਾ ਸਿੱਖਾਂ ਦੀ, ਗੁਰੂ ਸਿੱਖਾਂ ਦੀ ਪਰਖ ਕਰਕੇ ਉਹਨਾਂ ਨੂੰ ਜਿੱਥੇ ਕਮਜ਼ੋਰੀ ਹੋ ਉਹਨਾਂ ਨੂੰ ਵੱਡਿਆਂ ਕਰਦਾ, ਉੱਥੋਂ ਠੀਕ ਕਰਦਾ, ਜਿਵੇਂ ਐਜ਼ ਏ ਐਗਜ਼ਾਮੀਨਰ ਐਜ਼ ਏ ਟੀਚਰ ਜਿਵੇਂ ਰੋਲ ਅਦਾ ਕਰਦਾ। ਪਰ ਗੁਰੂ ਸਾਹਿਬ ਕਦੀ ਕਦੀ ਸਟੂਡੈਂਟ ਵੀ ਟੈਸਟ ਕਰਦਾ ਆਪਣੇ ਮਾਸਟਰ ਨੂੰ ਵੀ ਇਹ ਮਾਸਟਰ ਵੀ ਠੀਕ ਹੈ ਕਿ ਨਹੀਂ ਹੈ, ਇਹਦੇ 'ਚ ਵੀ ਉਨੀ ਐਬਿਲਿਟੀ ਹੈ ਕਿ ਨਹੀਂ ਹੈ ਮੈਨੂੰ ਪ੍ਰੋਪਰਲੀ ਟੀਚ ਕਰਨ ਦੀ, ਜੋ ਮੈਂ ਸਮਝਦਾ ਉਹ ਇਹਨੂੰ ਵੀ ਪਤਾ ਹੈ ਕਿ ਨਹੀਂ ਪਤਾ। ਸੋ ਇਸ ਕਰਕੇ ਗੁਰੂ ਸਾਹਿਬ ਤੁਹਾਡੇ ਬਾਬਤ ਕਿਹਾ ਜਾਂਦਾ ਹੈ ਸਤਿਗੁਰੂ ਅੰਤਰਜਾਮੀ ਹੈ, ਅੰਦਰ ਦੀਆਂ ਪੜ੍ਹਨ ਵਾਲਾ ਹੈ, ਅੰਦਰ ਦੀਆਂ ਜਾਣਨ ਵਾਲਾ ਹੈ।
ਗੁਰੂ ਸਾਹਿਬ ਬਸ ਮੈਂ ਇੰਨੀ ਕਿ ਪਰਖ ਕਰਨੀ ਹੈ, ਤੁਸੀਂ ਅੰਤਰਜਾਮੀ ਹੋ ਕਿ ਨਹੀਂ ਹੋ, ਮੈਂ ਇਸ ਕਰਕੇ ਆਇਆ। ਸਾਰੇ ਹੈਰਾਨ ਨੇ, ਗੁਰੂ ਸਾਹਿਬ ਨੇ ਗੱਲ ਕਰ ਰਿਹਾ। ਤੇ ਉਹ ਕਹਿੰਦਾ ਗੱਲ ਇਹ ਹੈ ਗੁਰੂ ਸਾਹਿਬ, ਮੇਰੇ ਹੱਥ 'ਚ ਨਾ ਚਿੜੀ ਫੜੀ ਹੈ, ਸਪੈਰੋ, ਛੋਟਾ ਜਿਹਾ ਇੱਕ ਬਰਡ ਜਿਹੜਾ ਹੈਗਾ, ਉਸ ਤਰੀਕੇ ਨਾਲ। ਬਸ ਤੁਸੀਂ ਇੰਨਾ ਹੀ ਦੱਸਣਾ ਆ ਕਿ ਇਹ ਚਿੜੀ ਜਿਉਂਦੀ ਹੈ ਕਿ ਮਰੀ ਹੈ, ਬਸ ਪਤਾ ਲੱਗ ਜਾਏਗਾ। ਮਤਲਬ ਮੇਰੇ ਹੱਥ ਦੇ ਵਿੱਚ ਚਿੜੀ ਫੜੀ ਹੈ, ਤੁਸੀਂ ਦੱਸ ਦਿਓ ਜਿਉਂਦੀ ਹੈ ਕਿ ਮਰੀ ਹੈ। ਗੁਰੂ ਪਾਤਸ਼ਾਹ ਹੱਸ ਪਏ ਤੇ ਹੱਸ ਕੇ ਕਹਿੰਦੇ ਸੁਤਰੇ, ਜੋ ਤੂੰ ਗੱਲ ਕਹਿ ਰਿਹਾ ਮੈਂ ਪੂਰੀ ਤਰ੍ਹਾਂ ਸਮਝ ਗਿਆ, ਵਾਕਿਆ 'ਚ ਤੇਰੇ ਅੰਦਰ ਦੀ ਜਿਹੜੀ ਗੱਲ ਹੈ ਸਮਝ ਗਿਆ ਮੈਂ। ਉਹ ਕਹਿੰਦੇ ਕੀ? ਮਹਾਰਾਜ ਕਹਿੰਦੇ ਗੱਲ ਇਹ ਹੈ ਸੁਥਰੇ, ਜੇ ਮੈਂ ਕਵਾਂਗਾ ਜਿਉਂਦੀ ਏ ਤੇ ਤੂੰ ਹੱਥ ਘੁੱਟ ਦੇਣਾ ਤੇ ਚਿੜੀ ਨੇ ਮਰ ਜਾਣਾ ਨਾਲ ਦੀ ਨਾਲ। ਜੇ ਮੈਂ ਕਵਾਂਗਾ ਵੀ ਮਰੀ ਏ ਤੇ ਤੂੰ ਖੋਲ ਦੇਣਾ, ਇਹ ਅਸਲ 'ਚ ਉੱਡ ਜੇਗੀ। ਗੱਲ ਮੁੱਕਦੀ ਇੱਥੇ ਹੈ ਸੁਥਰੇ ਸ਼ਾਹ, ਇਹ ਤੇਰੇ ਤੇ ਡਿਪੈਂਡ ਕਰਦਾ, ਇਹ ਜਿਉਂਦੀ ਹੈ ਜਾਂ ਮਰੀ, ਤੇਰੇ ਤੇ ਹੀ ਹੈ ਸਭ ਕੁਝ। ਇੱਕਦਮ ਸਾਰੇ ਹੱਸ ਪਏ, ਕਿਆ ਕਮਾਲ ਹੈ। ਕਹਿੰਦਾ ਹਾਂ ਗੁਰੂ ਸਾਹਿਬ, ਤੁਸੀਂ ਵਾਕਿਆ 'ਚ ਅੰਤਰਜਾਮੀ ਹੋ, ਤੁਸੀਂ ਸਮਝ ਗਏ, ਮੇਰੀ ਇਹੀ ਬਾਤ ਸੀਗੀ। ਸੋ ਇਹ ਹੈ ਹੱਸਣਾ ਖੇਡਣਾ, ਇਹ ਜੀਵਨ ਦਾ ਮੂਲ ਆ, ਇਹ ਲੋੜੀਂਦਾ ਨਾਲ ਆ। ਇਸੇ ਚੀਜ਼ ਨੂੰ ਇਸੇ ਸਰੂਪ ਵਿੱਚ ਕੀਤਾ ਜਾਏ। ਪਰ ਜੀਵਨ ਨਰੋਲ ਹੱਸਣਾ ਨਹੀਂਗਾ, ਜੀਵਨ ਨਰੋਲ ਖੇਡਣਾ ਵੀ ਨਹੀਂਗਾ। These are the part of our life, but this is not our life. ਲਾਈਫ ਇੱਕ ਵੱਡੇ ਲੈਵਲ ਦਾ ਨਾਂ ਹੈ। ਗੁਰੂ ਸਾਹਿਬ ਕਹਿੰਦੇ ਹੱਸਣ ਦੇ ਆ, ਖੇਡਣ ਦੇ ਆ, ਪਹਿਨਣਾ ਵੀ ਜ਼ਰੂਰੀ ਹੈ। ਚੰਗੇ ਆਰ ਲਿਬਾਸ ਪਾਣੇ, ਕੱਪੜਾ ਪਾਉਣਾ ਬੜੀ ਚੰਗੀ ਗੱਲ ਆ। ਪਰ ਬੰਦਾ ਸਿਰਫ ਕੱਪੜੇ ਪਾਉਣ ਤੇ ਇਹਦੇ ਤੇ ਫੋਕਸ ਕਰ ਲੇ, ਸਿਰਫ ਸ਼ਿੰਗਾਰਨ ਤੇ ਜ਼ੋਰ ਲਾ ਲੇ ਸਾਰੇ ਦਾ ਸਾਰਾ, ਨੋ। ਜੀਵਨ ਇਸ ਤੋਂ ਵੱਡਾ ਆ ਕਿਤੇ। ਹੱਸਣ ਦੇ ਆ, ਖਿਲਣ ਦੇ ਆ, ਪਹਿਨਣ ਦੇ ਆ, ਖਾਵਣ ਦੇ ਆ, ਖਾਣਾ ਵੀ ਬੜਾ ਜ਼ਰੂਰੀ ਹੈ। ਪਰ ਜਸਟ ਇਸੇ ਚੀਜ਼ ਉੱਤੇ ਹੋਏ ਕਿ ਬੰਦੇ ਨੇ ਬਸ ਮਤਲਬ ਆਪਣੇ ਜੀਭ ਦੇ ਰਸਾਂ ਕਸਾਂ ਦੇ ਵਿੱਚ ਆਪਣੇ ਸਵਾਦਾਂ ਦੇ ਮਗਰ ਹੀ ਮਰਦੇ ਰਹਿਣਾ ਸਾਰੀ ਉਮਰ। ਨਾ, ਹੱਸਣ ਦੇ ਆ, ਖਿਲਣ ਦੇ ਆ, ਪਹਿਨਣ ਦੇ ਆ, ਖਾਵਣ ਦੇ ਆ ਭਾਈ, ਵਿੱਚੇ ਹੋਵੇ ਮੁਕਤ, ਮੁਕਤੀ ਦਾ ਰਾਹ ਵੀ ਲੱਭਣਾ ਆ। ਮੁਕਤੀ ਸੈਲਵੇਸ਼ਨ ਨੂੰ ਕਹਿ ਲਓ। ਜਿਹੜੀ ਇਹ ਸੈਲਵੇਸ਼ਨ ਆ, ਇਹ ਐਕਚੁਅਲ ਲੈਵਲ ਤੇ ਕੀ ਹੈ ਕਿ ਸਾਰੇ ਕਾਸੇ ਦੇ ਵਿੱਚ ਬੰਦੇ ਦੇ ਆਪਣੇ ਆਪੇ ਤੱਕ ਕੰਟਰੋਲ ਹੋਏ, ਬੰਦਾ ਆਪਣਾ ਕੰਟਰੋਲ ਨਾ ਗਵਾਏ, ਕਿਸੇ ਤਰੀਕੇ ਦੇ ਨਾਲ ਵੀ ਕਿਸੇ ਚੀਜ਼ ਦੇ ਵਿੱਚ ਡਿਪੈਂਡੈਂਸੀ ਕ੍ਰੀਏਟ ਨਾ ਹੋ ਜਾਏ, ਆਸ਼ਰਿਤ ਨਾ ਹੋ ਜਾਏ। ਕੋਈ ਚੀਜ਼ ਇਸ ਨੂੰ ਇੱਕ ਤਰ੍ਹਾਂ ਦੇ ਨਾਲ ਬਿਮਾਰੀ ਦੀ ਤਰ੍ਹਾਂ, ਲਾਗ ਦੀ ਤਰ੍ਹਾਂ ਨਾ ਲੱਗ ਜਾਏ। ਜਿੱਥੇ ਲੱਗੇਗੀ ਅਸਲ ਇਹੀ ਦੁੱਖ ਹੈ। ਚੀਜ਼ਾਂ ਦਾ ਹੋਣਾ, ਮਿਲਣਾ ਖੁਸ਼ੀ ਦੇ, ਚੀਜ਼ਾਂ ਦਾ ਜਾਣਾ, ਟੁੱਟਣਾ ਬੰਦੇ ਨੂੰ ਬਿਲਕੁਲ ਡਿਪਰੈਸਡ ਕਰ ਦੇ, ਦੁਖੀ ਕਰ ਦੇ, ਵੇਦਨ 'ਚ ਆ ਜਾਏ। ਇਹਨੂੰ ਡੀਲ ਕਰਨਾ ਨਹੀਂ ਆਇਆ। ਇਹ ਸੰਸਾਰ ਆ, ਇੱਥੇ ਕੁਝ ਮਿਲਣਾ ਵੀ ਹੈ, ਕੁਝ ਸਾਡੇ ਤੋਂ ਜੁਦਾ ਵੀ ਹੋਣਾ ਆ, ਕੁਝ ਬਣਨਾ ਵੀ ਹੈ, ਕੁਝ ਟੁੱਟਣਾ ਵੀ ਹੈ। ਸੋ ਇਹ ਦੋਨਾਂ ਦਾ ਸੁਮੇਲ ਆ। ਭਗਤ ਉਹ ਆ ਜਿਹੜਾ ਇਹਨਾਂ ਦੋਵਾਂ ਦੇ ਸੁਮੇਲ ਦੇ ਵਿੱਚ ਆਪਣੇ ਆਪ ਨੂੰ ਸੰਸਾਰ ਨਾਲ ਅਟੈਚਮੈਂਟ ਬਣਾਉਂਦਾ, ਪਰ ਡਿਟੈਚਮੈਂਟ ਵੀ ਬਣਾਉਣ ਦੀ ਜਾਂਚ ਰੱਖ ਲੈਂਦਾ ਨਾਲ ਦੀ ਨਾਲ। ਪਤਾ ਆ ਮਲਾਪ ਤੇ ਵਿਦਾਇਗੀ ਦੋਵੇਂ ਰੰਗ ਇਕੱਠੇ ਚੱਲਦੇ ਨੇ, ਇਹਨਾਂ ਦੋਨਾਂ ਨੂੰ ਮਾਣਦਾ ਆ। ਇਹ ਆਨੰਦ ਆ। ਇਹ ਆਨੰਦ ਗੁਰੂ ਅਮਰਦਾਸ ਸਾਹਿਬ ਨੇ ਕਿਹਾ, ਆਨੰਦ ਆਨੰਦ ਸਭ ਕੋ ਕਹੈ, ਆਨੰਦ ਗੁਰੂ ਤੇ ਜਾਣਿਆ। ਮੈਨੂੰ ਵੀ ਨਹੀਂ ਸੀ ਪਤਾ ਲੱਗਣਾ, ਇਹ ਤੇ ਮੈਂ ਗੁਰੂ ਕੋਲ ਆਇਆ ਤੇ ਗੁਰੂ ਨੇ ਸਿਖਾਇਆ, ਗੁਰੂ ਨੇ ਦੱਸਿਆ ਰਹਿਣਾ ਕਿਵੇਂ ਹੈ, ਜੀਣਾ ਕਿਵੇਂ ਹੈ, ਜੀਵਨ ਨੂੰ ਮੰਨਣਾ ਕਿਵੇਂ ਹੈ, ਹੰਡਾਣਾ ਕਿਵੇਂ ਹੈ। ਇਹ ਆਨੰਦ ਹੈ। ਇੱਥੇ ਜਿਉਣਾ ਆਨੰਦ ਆ। ਇਹਦੇ ਨਾਲ ਇੱਕ ਚੀਜ਼ ਹੋਰ ਮੈਂ ਰਿਲੇਟ ਕਰਨੀ ਚਾਹਾਂਗਾ। ਜਿਵੇਂ ਜਿਹੜਾ ਮੈਰੂਆਨਾ ਹੈਗਾ, ਇਹਨੂੰ ਡਾਟਰ ਆਫ ਹਿਮਾਲੀਅਨਸ ਕਿਹਾ ਜਾਂਦਾ ਹੈ। ਮਤਲਬ ਇਹ ਐਕਚੁਅਲ ਲੈਵਲ 'ਤੇ ਇੱਕ ਬੂਟੀ ਹੈ, ਜਿਹੜੀ ਬੂਟੀ ਜਾਂ ਇਸੇ ਸੇਮ ਇਹ ਹੈਲੂਸੀਨੇਸ਼ਨਸ ਵਾਲੀ ਇੱਕ ਕੈਟੇਗਰੀ ਹੈ ਸਬਸਟੈਂਸ ਦੇ ਵਿੱਚ, ਕਿਉਂਕਿ ਸਬਸਟੈਂਸ ਦੀਆਂ 3 ਕੈਟੇਗਰੀਜ਼ ਬਣਦੀਆਂ ਨੇ। ਇੱਕ ਹੈਗੀ ਹੈ ਜਿਹੜੀ ਡਿਪਰੈਸਿਵ ਕੈਟੇਗਰੀ ਹੈ, ਇੱਕ ਹੈਗੀ ਜਿਹੜੀ ਸਟੀਮੂਲੇਟ ਕਰਦੀ ਹੈ, ਸਟੀਮੂਲੇਟਿਵ ਕੈਟੇਗਰੀ ਉਸ ਰੂਪ ਵਿੱਚ। ਜਿਹੜੀ ਥਰਡ ਵਨ ਆ ਉਹ ਹੈਲੂਸੀਨੇਸਿਵ ਹੈਗੀ, ਜਿਹੜੀ ਹੈਲੂਸੀਨੇਸ਼ਨ ਪੈਦਾ ਕਰਦੀ ਹੈ, ਜਿਹਦੇ 'ਚ ਨਾ ਤੇ ਇੱਕਦਮ ਬੰਦਾ ਡਿਪਰੈਸਡ ਹੋ ਜਾਂਦਾ, ਨਾ ਇੱਕਦਮ ਜਿਹੜਾ ਹੈਗਾ ਉਹ ਇਸ ਤਰੀਕੇ ਨਾਲ ਸਟੀਮੂਲੇਸ਼ਨ ਮਿਲ ਜਾਂਦਾ ਉਹਨੂੰ, ਉਹ ਇੱਕਦਮ ਜਿਹੜਾ ਹੈਗਾ ਹਾਈ ਫੀਲ ਕਰਦਾ ਐਨਰਜੀ ਦੇ ਰੂਪ ਦੇ ਵਿੱਚ। ਬਲਕਿ ਇਹਦੇ ਵਿੱਚ ਬੰਦੇ ਨੂੰ ਇਹ ਸਾਰੀ ਦੁਨੀਆ ਦੇ ਵਿੱਚ ਜਿਹੜੀ ਹਕੀਕਤ ਆ ਉਹ ਤੋਂ ਟੁੱਟ ਜਾਂਦਾ ਬੰਦੇ ਨੂੰ ਆਵਾਜ਼ਾਂ ਸੁਣਦੀਆਂ, ਚੀਜ਼ਾਂ ਦਿਸਦੀਆਂ, ਇਹੋ ਜਿਹੇ ਖਿਆਲ ਆਉਂਦੇ ਜਿਵੇਂ ਅਸਮਾਨ ਚੁੱਡ ਰਿਹਾ ਉਹ ਆਪ। ਇਹ ਹੈਲੂਸੀਨੇਸ਼ਨ ਜਿਹੜੀ ਚੀਜ਼ ਹੈ, ਇਹ ਜਿਹੜੀ ਫੈਮਿਲੀ ਹੈ ਇਹਦੇ 'ਚ ਕਾਫੀ ਚੀਜ਼ਾਂ ਆ ਜਾਂਦੀਆਂ ਨੇ। ਜਿਵੇਂ ਸਾਡੇ ਉੱਥੇ ਸਬ ਕੰਟੀਨੈਂਟ ਵਿੱਚ ਲੈ ਲਈਏ, ਧਤੂਰਾ ਇਹਦੇ 'ਚ ਆਉਂਦਾ ਆ,
ਭੰਗ ਇਹਦੇ 'ਚ ਆਉਂਦੀ ਹੈ, ਮਤਲਬ ਇਹ ਇਸ ਕੈਟਾਗਰੀ 'ਚ ਆਉਂਦੀਆਂ ਨੇ ਸਾਰੇ ਦੀਆਂ ਸਾਰੀਆਂ। ਅਤੇ ਹੁਣ ਇਹਦੇ 'ਚ ਇਹ ਹੈ ਕਿ ਇਹ ਜਿਹੜੀ ਭੰਗ ਆ ਮੈਰੂਆਨਾ ਆ, ਇਹ ਬ੍ਰੇਨ ਦੇ ਕਿਸ ਪਾਰਟ ਨੂੰ ਜਾ ਕੇ ਉਹਦੇ ਨਾਲ ਜਿਹੜਾ ਆਪਣੀ ਇੰਟਰਵੈਂਸ਼ਨ ਕਰਦਾ ਹੈਗਾ। ਜਿਵੇਂ ਮੋਸਟਲੀ ਜਿਹੜੇ ਡਰੱਗਸ ਨੇ ਉਹ ਸਾਡੇ ਬ੍ਰੇਨ ਦੇ ਜਿਸ ਪਾਰਟ ਦੇ ਵਿੱਚ ਡੋਪਾਮਾਈਨ ਰਿਲੀਜ਼ ਹੁੰਦਾ ਆ, ਉਹਦੇ ਨਾਲ ਉਹਦੀ ਇੰਟਰਵੈਂਸ਼ਨ ਹੁੰਦੀ ਹੈ। ਮਤਲਬ ਇੱਕ ਹੈਪੀ ਫੀਲਿੰਗ, ਮਸਤੀ ਉਹ ਲੈ ਕੇ ਆਉਂਦਾ ਆ। ਮੈਰੂਆਨਾ ਬਾਰੇ ਕਿਹਾ ਜਾਂਦਾ ਡਾਇਰੈਕਟਲੀ ਡੋਪਾਮਾਈਨ ਉਵੇਂ ਰਿਲੀਜ਼ ਨਹੀਂ ਕਰਦਾ ਹੈ। ਇਹ ਕੀ ਕਰਦਾ ਹੈ, ਬ੍ਰੇਨ ਦੇ ਜਿਹੜੇ ਪਾਰਟ ਨੂੰ ਜਾ ਕੇ ਇੰਟਰਵੈਂਸ਼ਨ ਕਰਦਾ, ਉਸ ਪਾਰਟ ਨੂੰ ਹੀ ਕਿਹਾ ਜਾਂਦਾ ਆਨੰਦਾ ਮਾਈਂਡ। ਮਤਲਬ ਇਹ ਕਿ ਉਸ ਨੂੰ ਇੱਕ ਆਪਣੇ ਆਪ ਇੱਕ ਡਿਫਰੈਂਟ ਤੇ ਖੁਸ਼ੀ ਵਾਲੀ ਫੀਲਿੰਗ ਆਉਣੀ ਸ਼ੁਰੂ ਹੋ ਜਾਂਦੀ ਹੈ ਬਿਨਾਂ ਉਸ ਡੋਪਾਮਾਈਨ ਕੈਮੀਕਲ ਰਿਲੀਜ਼ ਹੋਣ ਤੋਂ। ਸੋ ਇਹਦਾ ਆਨੰਦਾ ਮਾਈਂਡ, ਆਨੰਦ ਵਾਲਾ ਮਾਈਂਡ ਜਿਹੜਾ ਆ, ਇਹਦੀ ਰਿਲੇਸ਼ਨ ਵੀ ਉਸੇ ਚੀਜ਼ ਨਾਲ ਜੋੜੀ ਗਈ ਹੈ। ਜੋਗੀਆਂ ਨੇ ਜਿਹੜੇ ਮੌਂਕਸ ਹੁੰਦੇ ਸੀਗੇ, ਜਿਹੜੇ ਯੋਗਿਕ ਕਿਰਿਆਵਾਂ ਕਰਦੇ ਸੀ, ਉਹ ਪਹਾੜਾਂ 'ਤੇ ਜਾ ਕੇ ਬੈਠ ਕੇ ਕੰਦਰਾਂ ਦੇ 'ਚ ਬੈਠੇ ਨੇ। ਲੋਕਾਂ ਨੇ ਕਹਿਣਾ ਵੀ ਬੜੀ ਵੱਡੀ ਗੱਲ ਹੈ, ਇੱਥੇ ਤੇ ਹਾਲਤ ਇਹ ਹੈ ਬੰਦੇ ਨੂੰ ਹੱਸਣਾ, ਖੇਡਣਾ, ਪਾਣਾ, ਖਾਣਾ ਇਹੀ ਲੱਭਦਿਆਂ ਬੰਦਾ ਉਮਰ ਲੰਘ ਜਾਂਦੀ ਹੈ। ਇਹ ਸਭ ਕੁਝ ਛੱਡ ਕੇ ਤਿਆਗੀ ਹੋ ਗਏ, ਇਹਨਾਂ ਤੇ ਰਿਨਾਊਂਸ ਕਰ ਦਿੱਤਾ। ਸੋ ਇਹਦਾ ਮਤਲਬ ਦੇ ਆਰ ਵੈਰੀ ਐਕਚੁਅਲੀ ਪਾਵਰਫੁਲ ਪੀਪਲ, ਦੇ ਹੈਵ ਪਾਵਰਫੁਲ ਵਿਲਸ, ਦੈਟਸ ਵਾਈ ਦੇ ਆਰ ਏਬਲ ਟੂ ਡੂ ਦੈਟ। ਉਹਨਾਂ ਕੋਲ ਇਹੋ ਜਿਹੀ ਇੱਛਾ ਸ਼ਕਤੀ ਤਗੜੀ ਹੈਗੀ ਹੈ। ਪਰ ਅਗਲੇ ਲੈਵਲ 'ਤੇ ਬਾਤ ਇਹ ਹੈ ਕਿ ਉਹ ਇੱਛਾ ਸ਼ਕਤੀ ਕਿਸੇ ਇੰਟਲੈਕਚੁਅਲ ਸਾਈਡ ਤੋਂ ਆਈ ਹੋਏ, ਕਿਸੇ ਇੱਕ ਹਾਇਰ ਸਪਿਰਿਚੁਅਲ ਐਕਸਪੀਰੀਅੰਸ ਵਿੱਚੋਂ ਆਈ ਹੋਏ, ਇਹ ਜ਼ਰੂਰੀ ਨਹੀਂ। ਕਈ ਵਾਰੀ ਇਹ ਜਿਹੜੀਆਂ ਬੂਟੀਆਂ ਨੇ, ਇਹ ਨਸ਼ੇ ਵਗੈਰਾ, ਧਤੂਰੇ ਅਤੇ ਭੰਗਾਂ ਅਤੇ ਸਭ ਪੀ ਕੇ ਇਹਦੇ ਨਾਲ ਵੀ ਆ ਜਾਂਦੀ ਹੈ। ਇਸ ਚੀਜ਼ ਦੇ ਨਾਲ ਆਪਣੇ ਆਪ ਨੂੰ ਅੰਗੇਜ ਕਰ ਲੈਂਦੇ। ਸੋ ਇਸ ਨੂੰ ਵੀ ਕਿਹਾ ਗਿਆ ਇਹ ਵੀ ਇੱਕ ਆਨੰਦ ਅਵਸਥਾ ਆ, ਇਸ ਕਿਸਮ ਦੀ ਮਸਤੀ ਦੇ ਵਿੱਚ ਚਲੇ ਜਾਣਾ। ਅਜੇ ਵੀ ਲੋਕ ਹੈਗੇ ਨੇ, ਬਹੁਤ ਸਾਰੇ ਐਸੇ ਧਰਤੀ ਦੇ ਉੱਤੇ ਸੈਕਟਸ ਨੇ ਜਿਨ੍ਹਾਂ ਨੂੰ ਬਾਅਦ ਵਿੱਚ ਕਈਆਂ ਲੋਕਾਂ ਨੇ ਇਸ ਤਰੀਕੇ ਨਾਲ ਜਦੋਂ ਡੀਪਲੀ ਸਟੱਡੀ ਕੀਤਾ ਤਾਂ ਪਤਾ ਲੱਗਾ ਦੇ ਆਰ ਜਸਟ ਕਲਟਸ, ਦੇ ਆਰ ਨੋਟ ਐਕਚੁਅਲੀ ਕੰਟਰੀਬਿਊਟਿੰਗ ਇਨ ਏ ਗੁੱਡ ਵੇ ਇਨ ਦਿਸ ਵਰਲਡ। ਦੇਅਰ ਕੰਟਰੀਬਿਊਸ਼ਨ ਇਜ਼ ਟੋਟਲੀ ਕਾਈਂਡ ਆਫ ਜਿਹੜਾ ਹੈਗਾ ਹਿਪੋਕ੍ਰੇਸੀ ਦੇ ਇਸ ਰੂਪ ਵਿੱਚ ਕਈ ਚੀਜ਼ਾਂ ਤਾਂ ਇਹੋ ਜਿਹੇ ਅਜੇ ਤੱਕ ਵੀ ਚੱਲੇ, ਸਾਡੇ ਵੀ ਆਲੇ ਦੁਆਲੇ ਬਹੁਤ ਹੈਗੇ ਨੇ ਇਹੋ ਜਿਹੇ। ਸੋ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਨੇ, ਇਹ ਸਭ ਦੇ ਵਿੱਚ ਇਹਨਾਂ ਨੂੰ ਆਨੰਦ ਅਵਸਥਾ ਨਹੀਂ ਕਿਹਾ ਜਾਂਦਾ। ਆਨੰਦ ਅਵਸਥਾ ਤੇ ਇੱਕ ਐਸੀ ਸਟੇਟ ਆਫ ਮਾਈਂਡ ਆ ਜਿਹਦੇ 'ਚ ਸਤਿਗੁਰੂ ਦੀ ਆਮਦ ਆ, ਇੱਕ ਜੀਵਨ ਜਾਚ ਆ ਚੰਗੇਰੀ, ਜਿਹਦੀ ਰਿਫਲੈਕਸ਼ਨ ਉਹਦੇ ਕਰਮਾਂ ਤੇ ਅਮਲਾਂ ਵਿੱਚੋਂ ਨਿਕਲਦੀ ਹੈ, ਜਿਸ ਨੂੰ ਗੁਰੂ ਬਾਬਾ ਜੀ ਨੇ ਇਸ ਤਰ੍ਹਾਂ ਵੀ ਬਿਆਨ ਕੀਤਾ, ਜਿਸ ਮਿਲਿਆ ਮਨ ਹੋਏ ਆਨੰਦ, ਸੋ ਸਤਿਗੁਰ ਕਹੀਐ ਮਨ ਕੀ ਦੁਬਿਧਾ ਬਿਨਸ ਜਾਏ। ਦੁਬਿਧਾ, ਡੁਐਲਿਟੀ। ਬੰਦਾ ਜੀਵਨ ਦੇ ਅਮਲ ਦੇ ਵਿੱਚ ਦੂਚਿਤੀ ਵਿੱਚ ਜਿਉਂਦਾ ਆ। ਹਾਂ, ਉਹ ਮਾੜਾ ਕਰ ਤੇ ਨਹੀਂ ਰਿਹਾ, ਪਰ ਮਾੜਾ ਅਪੀਲ ਕਰ ਰਿਹਾ ਉਹਨੂੰ, ਉਹਦਾ ਜੀ ਕਰਦਾ ਕਰ ਲਵਾਂ, ਡੁਐਲਿਟੀ ਹੈ। ਉਹ ਮਾੜੇ ਪਾਸੇ ਜਾ ਤੇ ਨਹੀਂ ਰਿਹਾ, ਪਰ ਮਾੜੇ ਦੀ ਇੱਛਾ, ਕਸ਼ਿਸ਼ ਖਤਮ ਨਹੀਂ ਹੋਈ ਅੰਦਰ ਨਾ। ਇਹਦਾ ਮਤਲਬ ਇਹ ਹੈ ਆਨੰਦ ਅਵਸਥਾ ਨਹੀਂ, ਬਲਕਿ ਤੰਗ ਹੋ ਰਿਹਾ, ਦੁਖੀ ਹੋ ਰਿਹਾ, ਦੁੰਧ ਆ ਅੰਦਰ। ਕਰ ਇਸ ਕਰਕੇ ਨਹੀਂ ਪਾ ਰਿਹਾ ਕਿਉਂਕਿ ਰੀਜ਼ਨ ਇਹ ਹੈ ਵੀ ਲੋਕ ਲੱਜਾ ਆ, ਡਰ ਆ, ਜਾਂ ਪੋਕਟ ਨਹੀਂ ਅਲਾਓ ਕਰਦੀ, ਜਾਂ ਦੇਰ ਆਰ ਸਮ ਸੋ ਮੈਨੀ ਲਿਮਿਟਸ। ਸੋ ਦੈਟਸ ਵਾਈ ਦੈਟ ਇੰਡੀਵਿਜੂਅਲ ਇਜ਼ ਨੋਟ ਏਬਲ ਟੂ ਡੂ ਦੈਟ ਸਾਈਡ। ਬਟ ਦ ਸੇਮ ਟਾਈਮ ਜੋ ਅੰਦਰੋਂ ਹੋਣਾ ਚਾਹੀਦਾ ਚਾਹ, ਉਹ ਚਾਹ ਵੀ ਨਹੀਂ ਹੈਗਾ, ਕਿਉਂਕਿ ਉਹ ਕਰਨਾ ਚਾਹ ਰਿਹਾ, ਉਹ ਕਰ ਨਹੀਂ ਪਾ ਰਿਹਾ। ਇਹ ਜਿਹੜੀ ਚੀਜ਼ ਆ, ਇਹ ਸਤਿਗੁਰੂ ਦੀ ਸਾਂਝ ਦੇ ਨਾਲ, ਸਤਿਗੁਰੂ ਦਾ ਮਤਲਬ ਇੱਥੇ ਬਾਣੀ ਹੈ, ਉਪਦੇਸ਼ ਹੈ, ਬਚਨ ਹੈ, ਇਹ ਸਾਰਾ ਤੁਹਾਡੇ ਥਾਟ ਪ੍ਰੋਸੈਸ ਦੇ ਨਾਲ ਰਿਲੇਟ ਕਰਦਾ ਆ। ਇਹ ਇਟਸ ਏ ਵੈਰੀ ਸੀਰੀਅਸ ਬਿਜ਼ਨਸ। ਇਹ ਕੋਈ ਮਤਲਬ ਇਹ ਨਹੀਂ ਹੈਗਾ ਕਿ ਬੰਦਾ ਸੋਚੇ ਕਿ ਬਸ ਥੋੜ੍ਹਾ ਬਹੁਤਾ ਮੈਂ, ਮਤਲਬ ਜਿਹਨੂੰ ਕਿਹਾ ਗਿਆ ਕਿ ਪਾਠ ਕਰ ਲਿਆ, ਨਾ ਕਰਿਆ, ਨਾ ਕੀਤਾ, ਕੋਈ ਫਰਕ ਨਹੀਂ ਪੈਂਦਾ, ਇਹੋ ਜਿਹੀ ਹੋਗੀ ਚੀਜ਼, ਹੋਗੀ ਨਾ ਹੋਗੀ, ਠੀਕ ਹੈ, ਚੱਲੀ ਜਾਂਦਾ ਸੰਸਾਰ ਇਸ ਤਰੀਕੇ ਨਾਲ ਵੀ। ਬਟ ਜੇ ਤੁਸੀਂ ਵਾਕਿਆ 'ਚ ਉਸ ਚੀਜ਼ ਦੇ ਵਿੱਚੋਂ ਉਸ ਰਸ, ਉਸ ਆਨੰਦ ਤੱਕ ਪਹੁੰਚਣਾ, ਫਿਰ ਤੁਹਾਨੂੰ ਉਸ ਲੈਵਲ 'ਤੇ ਆਪਣੇ ਆਪ ਨੂੰ ਲੈ ਕੇ ਜਾਣਾ ਪਏਗਾ। ਤੁਹਾਡੀ ਰਿਲੇਸ਼ਨਸ਼ਿਪ ਉਸ ਲੈਵਲ ਦੀ ਹੋਣੀ ਚਾਹੀਦੀ, ਉਸ ਸੰਦੇਸ਼, ਉਸ ਉਪਦੇਸ਼, ਉਹਨਾਂ ਬਚਨਾਂ ਦੇ ਨਾਲ। ਅਤੇ ਇਹ ਸਾਰੇ ਦੇ ਵਿੱਚ ਹੌਲੀ ਹੌਲੀ ਤੁਹਾਡੇ ਜੀਵਨ ਦੇ ਅੰਦਰ ਦੀ ਦੁਨੀਆ ਤਬਦੀਲ ਹੋਣੀ ਆ। ਇਹਦੇ ਪ੍ਰਤੀ ਤੁਹਾਨੂੰ ਆਪਣੇ ਆਪ ਨੂੰ ਅੰਗੇਜ ਕਰਨਾ ਪਏਗਾ। ਸੋ ਇੱਥੇ ਗੁਰੂ ਮਹਾਰਾਜ ਨੇ ਕਿਹਾ ਕਿ ਜਿਸ ਮਿਲਿਆ ਮਨ ਹੋਏ ਆਨੰਦ, ਸੋ ਸਤਿਗੁਰ ਕਹੀਐ ਮਨ ਕੀ ਦੁਬਿਧਾ ਬਿਨਸ ਜਾਏ। ਹਰ ਪਰਮ ਪਦ ਲਹੀਐ, ਇੱਕ ਪਰਮ ਪਦਵੀ, ਇੱਕ ਸੁਪੀਰੀਅਰ ਸਟੇਟ ਆਫ ਮਾਈਂਡ, ਜਿਹਦੀ ਬੀਤੇ ਕੱਲ੍ਹ ਵਾਲੇ ਪਦੇ ਵਿੱਚ ਸਾਰੀ ਬਾਤ ਹੋਈ ਸੀਗੀ। ਜੋ ਲੋਕ ਇਹਦੇ ਗਾਹਕ ਬਣ ਜਾਂਦੇ, ਉਹ ਫਿਰ ਸੱਚੀ ਭਗਤ ਬਣ ਜਾਂਦੇ, ਰੀਅਲ ਡਿਵੋਟੀਜ਼ ਯੂ ਕੈਨ ਸੇ, ਜਿਹੜੇ
ਉਸ ਪਰਿਪੂਰਨ ਦੇ ਨਾਲ ਇੱਕ ਪ੍ਰੇਮ ਦੀ ਸਾਂਝ ਦੇ ਵਿੱਚ ਆਪਣੇ ਆਪ ਨੂੰ ਉਕੇਰਦੇ। ਗੁਰੂ ਮਹਾਰਾਜ ਜਿਹੜੀ ਬਾਤ ਕਰਦੇ ਨੇ, ਕਹਿੰਦੇ ਨੇ ਭਗਤਾਂ ਮਨ ਆਨੰਦ, ਭਗਤਾਂ ਦੇ ਮਨ ਵਿੱਚ ਉਹ ਆਨੰਦ ਹੈ। ਭਇਆ ਹਰ ਨਾਮ ਰਹੇ ਲਿਵ ਲਾਏ, ਕਿਉਂਕਿ ਹਰੀ ਨਾਮ ਦੇ ਵਿੱਚ ਲਿਵ ਲੱਗ ਗਏ। ਹੁਣ ਜਿਹੜੀ ਲਿਵ ਵਾਲੀ ਚੀਜ਼ ਆ, ਇਹ ਹੈਗਾ ਆ ਇੱਕ ਐਸਾ ਸਿਮਰਨ ਜਿਹੜਾ ਲਗਾਤਾਰ ਅੰਦਰ ਚੱਲ ਰਿਹਾ ਹੈ। ਅਜੇ ਸਾਡੇ ਅੰਦਰ ਮੋਸਟਲੀ ਇੱਕ ਮਿਜ਼ਰੀ ਹੈ, ਵੀ ਆਰ ਟੋਟਲੀ ਮਿਜ਼ਰੇਬਲ ਇਨਸਾਈਡ, ਬਿਕੋਜ਼ ਇਹ ਮੈਂ ਨਹੀਂ ਕਹਿ ਰਿਹਾ ਇਕੱਲਾ, ਸਾਰੀ ਸਾਇੰਟੀਫਿਕ ਸਟੱਡੀ ਕਹਿ ਰਹੀ ਹੈ। ਗੁਰੂ ਨਾਨਕ ਸਾਹਿਬ ਦੇ ਸ਼ਬਦਾਂ 'ਚ, ਗੁਰੂ ਸਾਹਿਬ ਦੇ ਸ਼ਬਦਾਂ 'ਚ ਤੁਸੀਂ ਪੜ੍ਹੋ, ਮੈਂ ਗੁਰੂ ਨਾਨਕ ਸਾਹਿਬ ਦੇ ਸ਼ਬਦ 'ਚੋਂ ਕਈ ਵਾਰੀ ਮਿਸਾਲ ਦੇਣਾ। ਸਾਹਿਬ ਜ਼ਿਕਰ ਕਰਦੇ ਕਿ ਸ਼ਬਰੋਜ਼ ਗਸ਼ਤਮ ਦਰ ਹਵਾ ਕਰਦੇਮ ਬਦੀ ਖਿਆਲ, ਹਰ ਚੜ੍ਹਦੀ ਸਵੇਰ ਦੇ ਨਾਲ ਮੇਰੇ ਮਨ ਦੀ ਗਸ਼ਤ ਵੱਧ ਰਹੀ ਹੈ। ਗਸ਼ਤਗੀਰ ਹੈ ਮਨ ਮੇਰਾ, ਗਸ਼ਤ ਮੀਨ ਵਾਂਡਰਿੰਗ, ਭੱਜ ਰਿਹਾ, ਭਟਕ ਰਿਹਾ। ਹਾਲਤ ਇਹ ਹੈ ਗਾਹੇ ਨਾ ਨੇਕੀ ਕਾਰ ਕਰਦਮ, ਚਾਹ ਕੇ ਵੀ ਨੇਕੀ ਦੀ ਕਾਰ ਨਹੀਂ ਹੋ ਰਹੀ ਇਹਦੇ ਤੋਂ। ਹੁਣ ਦਾ ਮਾਇਨਾ ਕੀ ਸਮਝਿਆ ਜਾਏ, ਇਹ ਹੈ ਕਿ ਮਨ ਦੀ ਦੁਨੀਆ ਦੇ ਵਿੱਚ ਜਿਹੜੇ ਥਾਟਸ ਨੇ, ਸਪੋਜ਼ ਤੁਸੀਂ ਕੋਈ ਵਿਚਾਰ ਰਹੇ ਹੋ ਅਤੇ ਕਿਤੇ ਉਹਦੇ ਬਾਰੇ ਅਵੇਅਰ ਹੁੰਦੇ ਹੋ। ਕਈ ਵਾਰ ਤਾਂ ਵਿਚਾਰ ਚੱਲੀ ਜਾਂਦੇ ਨੇ, ਬੰਦਾ ਅਵੇਅਰ ਹੀ ਨਹੀਂ, ਬੰਦਾ ਬਿਲਕੁਲ ਉਸ ਸਾਈਡ 'ਤੇ ਕੌਨਸ਼ੀਅਸ ਨਹੀਂ ਹੈਗਾ। ਜੋ ਕੋਈ ਬੰਦਾ ਕੌਨਸ਼ੀਅਸ ਲੈਵਲ 'ਤੇ ਉਹਦੇ ਵੱਲ ਚਲਾ ਜਾਏ, ਜਿਹਨੂੰ ਕਹਿੰਦੇ ਨੇ ਕਿ ਸਟੇ ਇਨ ਪ੍ਰੈਜ਼ੈਂਟ, ਹੁਣ ਵਿੱਚ ਰਹਿ, ਅੰਦਰ ਨੂੰ ਸੋਚ ਕੀ ਚੱਲ ਰਿਹਾ ਹੈ, ਉਹ ਸੋਚਦਾ ਹੱਦ ਹੋ ਗਈ, ਇਹ ਪਿੰਡ ਦੀਆਂ ਗੱਲਾਂ ਅੰਦਰ ਕਿੱਥੋਂ ਤੁਰ ਪਈਆਂ। ਫਿਰ ਉਹਦਾ ਰੂਟ ਫੋਲੋ ਕਰਦਾ, ਉਹ ਅਸਲ 'ਚ ਫਲਾਣੇ ਨੇ ਆਹ ਗੱਲ ਕੀਤੀ ਸੀ, ਉਹਦੇ ਨਾਲ ਇਹਦਾ ਕਨੈਕਸ਼ਨ ਹੈ, ਪਰ ਉਹ ਗੱਲ ਕਿਉਂ ਕੀਤੀ ਸੀ, ਫਿਰ ਉਹਦੇ ਮਗਰ ਤੁਰਦਾ, ਫਿਰ ਉਹਦੇ ਮਗਰ ਤੁਰਦਾ। ਅਖੀਰ ਜਦੋਂ ਬਹੁਤ ਸਾਰਾ ਤਾਣਾ ਪੇਟਾ ਇਸ ਤਰੀਕੇ ਨਾਲ ਪਿੱਛੋਂ ਪਕੜਦਾ ਆ, ਕਈ ਵਾਰੀ ਰੂਟ 'ਤੇ ਚਲਾ ਜਾਂਦਾ। ਹੁਣ ਇਹ ਕਿਰਿਆ ਅੰਦਰ ਦੀ ਕਿਰਿਆ ਆ, ਇਹ ਹੈ ਜਿਹੜੇ ਥਾਟਸ ਪੌਪ ਅਪ ਹੋ ਰਹੇ ਲਗਾਤਾਰ, ਤੁਸੀਂ ਉਹਨਾਂ ਦੇ ਵਿੱਚ ਜਿੱਥੇ ਥੋੜ੍ਹੀ ਲਿਵ ਹੋਏ, ਉੱਥੇ ਕਿਤੇ ਬੰਦਾ ਇਹ ਸਾਰੀ ਜਿਹੜੀ ਇਹ ਟ੍ਰੇਲ ਆ, ਜਿਹੜੀ ਪੌਪ ਅਪ ਹੁੰਦੀ ਇਸ ਤਰੀਕੇ ਨਾਲ, ਉਹਨੂੰ ਅਵੇਅਰ ਨਹੀਂ ਕਰਦਾ, ਉਸਨੂੰ ਇਸ ਤਰੀਕੇ ਨਾਲ ਉਹਨੂੰ ਜਿਹੜਾ ਕਿਸੇ ਤਰੀਕੇ ਦੇ ਨਾਲ ਅਵੇਸਲੇ ਛੱਡਦਾ ਨਹੀਂਗਾ। ਦੂਸਰਾ, ਉਹਦੇ ਪੈਰਲਲ ਫਿਰ ਇੱਕ ਚੰਗੀ ਟ੍ਰੇਲ ਬਣਾਉਂਦਾ ਹੈ, ਜਿਹਦੇ ਵਿੱਚ ਰਿਐਲਿਟੀ ਹੁੰਦੀ ਹੈ, ਜਿਹਦੇ ਵਿੱਚ ਕੁਝ ਇੰਟੀਗ੍ਰਿਟੀ ਦਾ, ਕੁਝ ਸੋਚ ਮੰਡਲ ਦੇ ਅਸੂਲਾਂ ਦਾ, ਐਥਿਕਸ ਦਾ, ਉਹਦਾ ਕੁਝ ਰੰਗ ਹੁੰਦਾ ਆ, ਜਿਹੜਾ ਲਗਾਤਾਰ ਅੰਦਰ ਪਨਪਦਾ ਹੈ। ਉਹਨੂੰ ਬੰਦਾ ਉਸ ਤਰੀਕੇ ਨਾਲ ਪਾਲਦਾ ਆ, ਉਹਦੀ ਕੇਅਰ ਕਰਦਾ, ਉਹਨੂੰ ਗਰੋ ਕਰਦਾ ਆ। ਫਿਰ ਇੱਕ ਲੈਵਲ ਐਸਾ ਹੁੰਦਾ, ਉਹਦਾ ਫਰੂਟ ਖਾਣਾ ਸ਼ੁਰੂ ਕਰਦਾ, ਚੰਗਿਆਈ ਦਾ, ਅੱਛਿਆਈ ਦਾ, ਸ਼ੁਭਤਾ ਦਾ, ਕਿਰਦਾਰ ਦਾ, ਇਹ ਸਭ ਚੀਜ਼ਾਂ। ਇਹ ਮਹਾਂ ਆਨੰਦ ਹੈ। ਇਹ ਨਾ ਤੇ ਕੋਈ ਬੋਤਲ ਪੀ ਕੇ ਆਉਂਦਾ ਹੈ, ਨਾ ਕੋਈ ਮਿੱਠਾ ਫਿੱਕਾ ਖਾ ਕੇ ਆਉਂਦਾ ਹੈ, ਨਾ ਕੋਈ ਮਹਿੰਗੇ ਸਸਤੇ ਕੱਪੜੇ ਪਾ ਕੇ ਆਉਂਦਾ ਹੈ, ਨਾ ਕੋਈ ਬਹੁਤ ਵੱਡੇ ਘਰਾਂ ਥਾਵਾਂ 'ਚ ਰਹਿ ਕੇ ਆਉਂਦਾ ਹੈ। ਇਹ ਤੇ ਇੱਕ ਐਸਾ ਅਮਲ ਆ ਜਿਹੜਾ ਗੁਰੂ ਦਰਸਾਏ, ਇੱਕ ਅਸਲ ਰੂਹਾਨੀ ਅਗਵਾਈ ਦੇ ਵਿੱਚ ਜੋ ਸਾਨੂੰ ਅਗਵਾਈ ਮਿਲਦੀ ਹੈ, ਉਹਦਾ ਅਸੀਂ ਜਦੋਂ ਫੋਲੋਵਰ ਬਣਦੇ ਹਾਂ ਹੌਲੀ ਹੌਲੀ ਕਰਕੇ, ਫਿਰ ਅਸੀਂ ਇੱਕ ਲੈਵਲ ਆਪਣਾ ਪ੍ਰਾਪਤ ਕਰਦੇ ਹਾਂ, ਉਹਦੇ ਵਿੱਚੋਂ ਚੀਜ਼ ਆਉਂਦੀ ਹੈ। ਇਸ ਨੂੰ ਗੁਰੂ ਬਾਬਾ ਜੀ ਨੇ ਇੱਥੇ ਬਿਆਨ ਕੀਤਾ ਕਿ ਭਗਤਾਂ ਮਨ ਆਨੰਦ ਭਇਆ ਹਰ ਨਾਮ ਰਹੇ ਲਿਵ ਲਾਏ, ਕਿਉਂਕਿ ਉਹ ਹਰੀ ਨਾਮ ਦੇ ਵਿੱਚ ਲਿਵ ਲਾ ਗਏ। ਉਹਨਾਂ ਦੇ 'ਚ ਇੱਕ ਕਸ਼ਿਸ਼ ਇਸ ਕਿਸਮ ਦੇ ਨਾਲ ਆ ਗਈ। ਗੁਰਮੁਖੇ ਮਨ ਨਿਰਮਲ ਹੋਵਾ, ਨਿਰਮਲ ਹਰ ਗੁਣ ਗਾਏ ਰਾਮ। ਗੁਰਮੁਖੇ ਹਰ ਨਿਰਮਲ ਹੋਵਾ, ਗੁਰੂ ਵੱਲ ਮੂੰਹ ਕਰਕੇ ਉਹਨਾਂ ਦੇ ਵਿੱਚ ਨਿਰਮਲਤਾ, ਮੈਲ ਰਹਿਤ, ਉਹਦਾ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਸ਼ਬਦਾਂ ਨੂੰ ਪੜ੍ਹੀਏ। ਗੁਰੂ ਨਾਨਕ ਸਾਹਿਬ ਦੇ ਬਚਨ ਨੇ ਵੀ ਨਾਵਣ ਚੱਲੇ ਤੀਰਥੀ, ਮਨ ਖੋਟੇ ਤਨ ਚੋਰ। ਹੁਣ ਇਹ ਹੈ, ਮੈਲ ਬੜੀ ਕਮਾਲ ਦੀ ਚੀਜ਼ ਹੈ। ਵੈਸੇ ਬੰਦਾ ਧਾਰਮਿਕ ਸਥਾਨ ਤੀਰਥ 'ਤੇ ਨਹਾਉਣ ਜਾ ਰਿਹਾ ਹੈ, ਮਨ 'ਚ ਖੋਟ ਹੈ, ਹੁਣ ਦਾ ਮਤਲਬ ਮੈਲ 'ਤੇ ਕੰਮ ਪਹਿਲਾਂ ਕਰਨਾ ਪਏਗਾ, ਅਦਰਵਾਈਜ਼ ਧਰਮ ਤੇ ਧਰਮ ਦਾ ਸਥਾਨ ਉਹ ਵੀ ਕੋਈ ਫਾਇਦਾ ਨਹੀਂ ਕਰ ਸਕੇਗਾ। ਹਾਂ, ਗੁਰੂ ਸਾਹਿਬ ਨੇ ਇਹਦੇ ਮੁਕਾਬਲਤਨ ਜਿਹੜੀ ਗੱਲ ਕੀਤੀ ਉਹ ਇਹ ਕੀਤੀ ਕਿ ਜੇ ਤੀਰਥ ਹੀ ਐਸਾ ਬਣ ਜਾਏ ਜਿਹੜਾ ਮੈਲ ਹੀ ਧੋਵੇ ਤੇ ਬਾਹਰਲੀ ਨਹੀਂ ਇਕੱਲੀ ਅੰਦਰਲੀ ਮੈਲ ਧੋਵੇ, ਇਹਦੇ 'ਚ ਮਦਦ ਕਰੇ।
तीर्थ नावन जाऊं तीर्थ नाम है, तीर्थ शब्द विचार अंतर ज्ञान है, गुर ज्ञान साचा थान तीर्थ। बड़ा अंतर ज्ञान आ जिहड़ा शीशा विखाए भी देख सजना, कला चुभे लाने नाल कुछ नहीं होना। चेते रखी, मन दे खोट दूर करने ने। ये तन विच बैठे चोर नूं भजाउणा आ जिहड़ा हर चीज़ चोरी करी जा रहा है। हुण ये जिहड़ी चीज़ आ, ये है मैल रहत विचारां दा संचार होना। अपने आप नूं दुरुस्त करन वास्ते शब्द का सहारा लैके एफर्ट पाउणी। गुरु अमरदास साहब ने बयान किया, कहन लगे कि गुरमुखे मन निर्मल होवा। जदों गुरु वाल मूँह किया, गुरु ने इस तरह निर्मल किया, इस तरह मैल लाई। क्योंकि मैं हुणे 2-3 शब्द तुहाडे सामने कहे ने, जे वाकया च कोई गुरु का सिख है, कोई गुरु के नेड़े रहना चाहता आ तो इन्हां बचनां नूं बड़ा डीपली सुनता आ, फिर तो भाई अपनी जिहड़ी कह लवो कि सैल्फ इंप्रूवमेंट ते, कह लवो कि अपनी सैल्फ बैटरमेंट के उत्ते बहुत ईमानदारी नाल, बड़े ऑनेस्ट वे नाल काम करना पड़ेगा। वी कैन नॉट अलाउ आवर माइंड टू वंडर हियर एंड देयर। वी कैन नॉट जस्ट have thoughts which are leading toward the misery. No, we have to counter that madness. That is meditation, that is real spiritual work. So here Baba Ji is saying, गुरमुखे मन निर्मल होवा। जिदा मन इस तरीके नाल गुरु वाल जाके मैल रहत होना शुरू होया, निर्मल हर गुण गाए राम। फिर उस मैल रहत मन विचों हरि दा गुणगान, स्तुति वडियाई। नहीं तो मन की दशा तो ऐसी है कि निर्लज्जे भांड आ, ये ऐसा भांड आ कि गल्लां भी चंगियां चंगियां करता है सब चीज़ां, पर कुछ चंगा करने की इच्छा नहीं उत्पन्न होने दिंदा अंदर। फिर जे किते चंगी इच्छा उत्पन्न भी हो जाए, उन्होंने सपोर्ट नहीं करन दिंदा। ये मन है, ये मन की दुनिया है। हाँ, जदों गुरु मदद करे यहो जे शब्द संदेश बचन ख्याल साढ़े अंग संग होण, फिर मन भी डाढा तगड़ा हो जाता है। तो तगड़ा मन जिहड़ा आ, निर्मल हर गुण गाए राम, फिर वो मैल रहित गुणगान करता है। निर्मल गुण गाए नाम मन वसाए हर की अमृत बाणी। हुण जिहड़ी गुरु साहब ने बात की, इहदी बात असीं इस पंक्ति की व्याख्या करांगे। अमृत हर की बाणी, हर की अमृत बाणी, जिहड़ी हरि दी अमृतमई बाणी है। वाणी बचन बोल, फिर बात उत्थे आ गई। बचपन तो जिहड़े बोल, जिहड़े बचन, जिहड़े ख्याल साडे कन्नां विच पैंदे, वो साडी स्रोत ते सुरत दा पाठ बन जांदे। ये संसार सारे दा सारा स्रोत ते खड़ा आ। तुसीं देखदे हो अज जिवें सपोज वर्ल्ड वाइड तुसीं देखोगे सरकारां ने ਜਾਂ ਸਟੈਬਲਿਸ਼ਮੈਂਟ ਜਿੰਨੀ ਵੀ ਹੈ, ਇਹ ਮੀਡੀਆ ਮੈਨੇਜਮੈਂਟ ਕਰਦੀ ਹੈ। ਇਹ ਜੋ ਮੀਡੀਅਮ ਹੈ ਜਿਹਦੇ ਜ਼ਰੀਏ ਮੈਸੇਜ ਪਹੁੰਚਣਾ ਹੈ ਲੋਕਾਂ ਤੱਕ, ਉਹਨੂੰ ਮੈਨੇਜ ਕਰਦੇ ਆ। ਉਹਦੇ 'ਚ ਕਹਿੰਦੇ ਕਿ ਮੈਸੇਜ ਜਿਹੜਾ ਆ ਉਹ ਐਂਟੀ ਸਟੈਬਲਿਸ਼ਮੈਂਟ ਨਾ ਹੋਏ। ਮਤਲਬ ਐਂਟੀ ਸਟੈਬਲਿਸ਼ਮੈਂਟ ਤੇ ਵਾਕਿਆ 'ਚ ਨਹੀਂ ਹੋਣਾ ਚਾਹੀਦਾ, ਪਰ ਐਂਟੀ ਸਟੈਬਲਿਸ਼ਮੈਂਟ ਦਾ ਮਤਲਬ ਹੈ ਕਿ ਜਿਹੜੀ ਸਟੈਬਲਿਸ਼ਮੈਂਟ ਦੇ ਵਿੱਚ ਵੀਕਨੈਸ, ਕਮਜ਼ੋਰੀ, ਅਲਾਮਤ, ਜਿਹਦੇ ਸਦਕਾ ਸਾਰਿਆਂ ਦਾ ਕਲਿਆਣ ਹੋਣ ਦੀ ਬਜਾਏ, ਸਾਰਿਆਂ ਨੂੰ ਬੈਨੀਫਿਟ ਹੋਣ ਦੀ ਬਜਾਏ ਕੋਈ ਇੱਕ ਐਲੀਟ ਬੈਨੀਫੀਸ਼ੀਅਲ ਹੋ ਰਿਹਾ ਉੱਥੋਂ, ਇਹ ਮੈਸੇਜ ਛੇਤੀ ਕਰਕੇ ਜਾਣਾ ਨਹੀਂ ਚਾਹੀਦਾ। ਨਹੀਂ ਤੇ ਜਿਹੜੇ ਲੋਕ ਕਰੁੱਕ ਨੇ, ਜਿਹੜੇ ਲੋਕ ਕਰਪਟ ਨੇ, ਜਿਹੜੇ ਲੋਕ ਵਿਖਾਉਂਦੇ ਕੁਝ ਨੇ ਕਰਦੇ ਕੁਝ ਨੇ, ਉਹ ਕਿਵੇਂ ਪ੍ਰਮੋਟ ਹੋ ਸਕਦੇ ਨੇ ਪੋਲੀਟੀਕਲ ਸਿਨੈਰੀਓਜ਼ ਦੇ ਵਿੱਚ। ਇਕਨੋਮਿਕਲੀ ਜਿਹੜਾ ਖਾਸ ਕਰਕੇ ਜਿਹੜਾ ਅਸੀਂ ਸਿਨੈਰੀਓ ਦੇਖਦੇ ਹਾਂ ਉਹਦੇ ਵਿੱਚ, ਉਹ ਇਸੇ ਕਰਕੇ ਕਿਉਂਕਿ ਜਿਹੜੀ ਲੋਕਾਂ ਤੱਕ ਸਰੋਤ ਪਹੁੰਚਦੀ ਆ, ਲੋਕਾਂ ਦੇ ਲਗਾਤਾਰ ਜ਼ਹਿਨ ਬਿਲਡ ਹੁੰਦੇ ਨੇ ਉਸ ਤਰੀਕੇ ਨਾਲ। ਸੋ ਇਹ ਸਾਰੀ ਇੱਕ ਮੈਨੇਜਮੈਂਟ ਹੋ ਰਹੀ, ਮੈਨੇਜ ਕੀਤਾ ਜਾਂਦਾ ਸਾਰਿਆਂ ਨੂੰ ਇਸ ਰੂਪ ਦੇ ਵਿੱਚ, ਕਿਉਂਕਿ ਸਰੋਤ 'ਤੇ ਬੰਦਾ ਖੜਾ ਆ। ਗੁਰੂ ਸਾਹਿਬ ਨੇ ਜਦੋਂ ਮਨੁੱਖ ਦੀ ਤਬਦੀਲੀ ਕੀਤੀ ਹੈ, ਜਿਹਨੂੰ ਕੰਪਲੀਟ ਟਰਾਂਸਫਰਮੇਸ਼ਨ ਅਸੀਂ ਕਹਿੰਦੇ, ਇੱਕ ਸੰਪੂਰਨ ਤਬਦੀਲੀ, ਉਹ ਕਿਵੇਂ ਹੋਈ? ਗੁਰੂ ਸਾਹਿਬ ਨੇ ਸਰੋਤ ਬਦਲੇ।
ਬਚਨ ਬਦਲੇ, ਖਿਆਲ ਬਦਲੇ, ਬਾਣੀ ਬਦਲੀ। ਬਾਣੀ ਉਹ ਕੀਤੀ ਕਿ ਨਿਰਭਉ ਜਪੈ ਸਗਲ ਭਉ ਮਿਟੈ। ਭਉ ਹੀ ਲੈ ਗਏ ਅੰਦਰ ਦੇ, ਡਰ ਹੀ ਲੈ ਗਏ। ਬੰਦੇ ਨੂੰ ਖਿਆਲ ਹੀ ਇਹ ਕਰ ਦਿੱਤਾ ਕਿ ਮਰਨਾ ਸੱਚ ਆ, ਜਿਉਣਾ ਝੂਠ ਆ, ਧਰਤੀ ਤੇ ਰਹਿਣਾ ਕਿਸੇ ਵੱਡੇ ਆਦਰਸ਼ ਲਈ ਜੀਣਾ ਆ। ਮਤਲਬ ਇੱਕ ਐਸਾ ਲੈਵਲ ਪੈਦਾ ਹੋ ਗਿਆ ਇਹਦੇ ਵਿੱਚ। ਫਿਰ ਬੰਦੇ ਨੇ ਬਾਹਰੋਂ ਤੇ ਕਿਸੇ ਤੋਂ ਕਮਜ਼ੋਰ ਕੀ ਹੋਣਾ ਸੀਗਾ, ਬਾਹਰਲੇ ਕਿਸੇ ਚੈਲੰਜ ਨਾਲ। ਅੰਦਰ ਦੀ ਦੁਨੀਆ, ਮਨ ਦੀ ਦੁਨੀਆ ਦੇ ਵਿੱਚੋਂ ਵੀ ਜੇ ਕਮਜ਼ੋਰੀ ਆਈ, ਉਹਨੂੰ ਵੀ ਚੈਲੰਜ ਕੀਤਾ। ਉਹਨੂੰ ਵੀ ਕਿਹਾ ਨਾ ਨਾ ਨਾ, ਮੈਂ ਇੱਕ ਆਹ ਥਾਟ ਲਿਆ ਕਿਹੜਾ ਇਸ ਤੋਂ ਵੱਡਾ ਥਾਟ ਮੇਰੇ ਗੁਰੂ ਦਾ ਆ, ਮੇਰੇ ਇਸ਼ਟ ਦਾ ਆ, ਮੈਂ ਉਹਨੂੰ ਹਾਰਦਾ ਹੋਇਆ ਨਹੀਂ ਵੇਖ ਸਕਦਾ ਕਿਉਂਕਿ ਮੇਰੇ ਗੁਰੂ ਦੀ ਵਿਚਾਰ ਹੈ। ਸੋ ਇਸ ਕਰਕੇ ਇੱਥੋਂ ਫਿਰ ਬੰਦਾ ਅੰਦਰੋਂ ਇੱਕ ਡੈਫੀਨੇਟਲੀ ਗੁਰੂ ਵਾਲੇ ਪਾਸੇ ਚਰਦਿਆਂ ਹੋਇਆਂ, ਗੁਰਮੁਖ, ਗੁਰੂ ਵੱਲ ਮੁਖ ਕਰਦਿਆਂ ਕਰਦਿਆਂ ਵਾਕਿਆ 'ਚ ਗੁਰੂ ਵਰਗਾ ਹੋ ਗਿਆ। ਉਹਦਾ ਮੁੱਖ ਹੀ ਗੁਰੂ ਹੋ ਗਿਆ। ਭਾਵ ਉਹਦੇ ਵਿੱਚੋਂ ਰਿਫਲੈਕਸ਼ਨ ਹੋਣੀ ਸ਼ੁਰੂ ਹੋ ਗਈ ਉਹਦੀ। ਇੱਥੇ ਸਾਹਿਬ ਨੇ ਬਿਆਨ ਕੀਤਾ ਕਿ ਜਦੋਂ ਹਰ ਕੀ ਅੰਮ੍ਰਿਤ ਬਾਣੀ, ਜਦੋਂ ਇਹੋ ਜਿਹੀ ਬਾਣੀ ਲਗਾਤਾਰ ਸਰੋਤ ਵਿੱਚ ਆਈ, ਲਗਾਤਾਰ ਖਿਆਲਾਂ ਵਿੱਚ ਆਈ, ਨਿਰਮਲ ਗੁਣ ਗਾਏ, ਨਾਮ ਮਨ ਵਸਾਏ। ਇਹ ਫਿਰ ਮਨ ਨਿਰਮਲ ਗੁਣਾਂ ਨੂੰ ਗਾਉਂਦਾ ਗਾਉਂਦਾ ਨਾਮ ਨੂੰ ਅੰਦਰ ਵਸਾ ਲੈਂਦਾ ਆ। ਨਾਮ ਦਾ ਤੇ ਸਾਰਾ ਰੂਪ ਆ ਚਾਰ ਚਪੇਰੇ। ਪਰ ਇਸ ਤਰ੍ਹਾਂ ਆ ਕਿ ਜਿਵੇਂ ਅੱਜ ਕੱਲ੍ਹ ਅਸੀਂ ਦੇਖਦੇ ਨਾ ਕਿ GMO ਵਗੈਰਾ, ਜੈਨੇਟਿਕਲੀ ਮੋਡੀਫਾਈਡ ਚੀਜ਼ਾਂ ਹੈਗੀਆਂ ਨੇ, ਉਹਨਾਂ ਦੇ ਨਾਲ ਕੁਝ ਇੱਕ ਇੰਟਰਵੈਂਸ਼ਨ ਕਰਕੇ ਅਨਨੈਚੁਰਲ ਵੇ ਦੇ ਨਾਲ ਅਤੇ ਉਹਨਾਂ ਨੂੰ ਕਨਫਿਊਜ਼ ਕੀਤਾ ਗਿਆ। ਜਿਵੇਂ ਸਪੋਜ਼ ਬਹੁਤ ਜ਼ਿਆਦਾ ਦੁੱਧ ਦੇਣ ਵਾਲੇ ਪਸ਼ੂ ਪੈਦਾ ਕਰ ਦਿੱਤੇ, ਛੇਤੀ ਜਿਹੜਾ ਹੈਗਾ ਮੋਟੇ ਹੋਣ ਵਾਲੇ, ਤਗੜੇ ਹੋਣ ਵਾਲੇ, ਵੱਡੇ ਹੋਣ ਵਾਲੇ ਜਾਨਵਰ ਮੀਟ ਪ੍ਰੋਡਕਸ਼ਨ ਵਿੱਚ ਲੈ ਆਉਂਦੇ। ਫਸਲਾਂ ਦਾ ਜਿਸ ਗ੍ਰੇਨ ਸੀਗਾ ਉਹ ਸਪੋਜ਼ 10 ਕੁਇੰਟਲ ਪੈਦਾ ਹੋਣਾ ਸੀ ਖੇਤ ਵਿੱਚੋਂ, ਉਹ 50 ਕੁਇੰਟਲ ਪੈਦਾ ਹੋ ਗਿਆ। ਇਹਦਾ ਮਤਲਬ ਇਹ ਹੈ ਕਿ ਉਹਨਾਂ ਸੀਡਸ ਦੇ ਨਾਲ ਇਸ ਤਰੀਕੇ ਨਾਲ ਪਲੇ ਕੀਤਾ ਗਿਆ ਕਿ ਉਹ ਜਿਹੜੀ ਚੀਜ਼ ਮਿੱਟੀ ਦੇ ਵਿੱਚੋਂ ਲੈ ਕੇ ਉਹਨਾਂ ਨੇ ਫੂਡ ਵਿੱਚ ਕਨਵਰਟ ਕਰਨੀ ਸੀਗੀ, ਉਹਨਾਂ ਨੇ ਬਲਕਿ ਉਹ ਪ੍ਰੋਪਰ ਲੈਣ ਦੀ ਬਜਾਏ ਜਿਹੜਾ ਮਿੱਟੀ 'ਚੋਂ ਨਹੀਂ ਲੈਣਾ ਉਹ ਵੀ ਲੈ ਲਿਆ। ਦੈਟ ਇਜ਼ ਪ੍ਰੋਬਲਮ। ਜਿਵੇਂ ਗਲੂਟਨ ਆ, ਐਕਚੁਅਲੀ ਬੀਜ, ਕਣਕ ਜ਼ਿਆਦਾ ਕੈਰੀ ਕਰ ਰਹੀ ਅੱਜ ਕੱਲ੍ਹ, ਗ੍ਰੇਨ ਜ਼ਿਆਦਾ ਕੈਰੀ ਕਰ ਰਿਹਾ, ਉਹਦਾ ਉੱਥੋਂ ਹੀ ਆ ਰਿਹਾ ਹੈਗਾ। ਜਿਹੜੀ ਚੀਜ਼ ਨਹੀਂ ਹੋਣੀ ਲੈਣੀ ਸੀ ਉਹਨੂੰ ਉਹ ਜ਼ਿਆਦਾ ਲੈ ਲਈ ਉਹਦੇ 'ਚ, ਇਹ ਰੂਪ ਆਇਆ। ਇਹੋ ਜਿਹੀਆਂ ਬਹੁਤ ਸਾਰੀਆਂ ਚੀਜ਼ਾਂ। ਸੋ ਇਹ ਚੀਜ਼ ਸਾਡੇ ਮਨ ਦੀ ਦੁਨੀਆ ਦੇ ਵਿੱਚ ਵਿਚਾਰਾਂ ਦੇ ਨਾਲ ਬਹੁਤ ਪਹਿਲਾਂ ਤੋਂ ਹੋ ਰਹੀ ਹੈ। ਇਸ ਜਿਹੜੀ ਦੋਨੋਂ ਹੀ, ਜਿਹੜੀ ਸਾਇੰਸ ਤੇ ਫਿਲਾਸਫੀ ਹੈ, ਜੀਵਨ ਦਾ ਫਲਸਫਾ, ਦਾਰਸ਼ਨਿਕਤਾ, ਇਹ ਦੋਨੋਂ ਬਿਲਕੁਲ ਇੱਕ ਦੂਜੇ ਦੇ ਪੈਰਲਲ ਹੀ ਚੱਲਦੇ ਨੇ। ਹੁਣ ਜਿਹੜੇ ਮਨ ਦੇ ਵਿੱਚ ਜਿਹੜੀਆਂ ਚੀਜ਼ਾਂ ਨਹੀਂ ਲੈਣੀਆਂ, ਜਿਹਨੂੰ ਸਾਹਿਬ ਨੇ ਕਿਹਾ ਸੀਗਾ ਪਰਕੀ ਕੋ ਆਪਣੀ ਕਹੇ ਆਪਣੀ ਨਹੀਂ ਭਾਵੈ। ਕੋਈ ਗੱਲ ਹੋਈ, ਮਨ ਨੇ ਉਹਨੂੰ ਐਸਾ ਅਪਣਾ ਲਿਆ, ਇਸ ਤਰੀਕੇ ਨਾਲ ਪਕੜ ਲਿਆ, ਉਹਨੂੰ ਛੱਡਦਾ ਹੀ ਨਹੀਂਗਾ। some kind of depressive thoughts people are carrying all the time. Experts ਕਹਿੰਦੇ, counselors ਕਹਿੰਦੇ, psychologists ਕਹਿੰਦੇ no, leave this thought. This thought is not gonna give you any benefit. ਬੰਦਾ ਕਹਿੰਦਾ how come? ਮਨ ਨੇ ਫੜ ਲਿਆ। ਸੋ ਇਹ ਜਿਹੜੀ ਚੀਜ਼ ਆ, ਇਹ ਜਕੜ ਹੈ, ਪਕੜ ਜਿਹੜੀ ਹੈ, ਇਹਦੇ 'ਚ ਫਿਰ ਮਨ ਦਾ ਬੜਾ ਸੁਧਾਰ ਕਰਨਾ ਪਏਗਾ। ਮਨ ਨੂੰ ਬਿਲਕੁਲ ਉੱਥੇ ਲਿਜਾਣਾ ਪਏਗਾ ਜਿੱਥੇ ਜਾ ਕੇ ਸਿਰਫ ਨਾਮ ਫੜੇਗਾ, ਬਾਕੀ ਸਭ ਕੁਝ ਵਾਪਰੇਗਾ, ਹੋਏਗਾ ਔਰ ਛੱਡ ਦੇਗਾ। ਉਹ ਸਿਰਫ ਪਿਓਰ ਤੱਤ। ਇੱਥੇ ਸਾਹਿਬ ਕਹਿੰਦੇ ਨਿਰਮਲ ਗੁਣ ਗਾਏ, ਨਾਮ ਮਨ ਵਸਾਏ, ਹਰ ਕੀ ਅੰਮ੍ਰਿਤ ਬਾਣੀ, ਜਿਨ ਮਨ ਵਸਿਆ ਸਈ ਜਨ ਨਿਸਤਰੇ, ਘਟ ਘਟ ਸ਼ਬਦ ਸਮਾਣੀ। ਬਾਕੀ ਇਹ ਹੈ ਜਿਨ੍ਹਾਂ ਦੇ ਮਨ ਵਿੱਚ ਇਹ ਚੀਜ਼ ਵਸ ਗਈ, ਉਹ ਨਿਸਤਰੇ, ਪਾਰ ਹੋ ਗਏ। ਬਾਕੀ ਸਭ ਉਹਦਾ ਹੁਕਮ ਹੀ ਆ। ਸਿੱਖ ਜਜਮੈਂਟਲ ਨਹੀਂ ਨਾ ਹੋ ਸਕਦਾ, ਕਿਉਂਕਿ ਗੁਰੂ ਸਾਹਿਬ ਕਹਿੰਦੇ ਤੇਰਾ ਰੂਪ, ਤੇਰਾ ਰੋਲ ਹੀ ਨਹੀਂ ਹੈਗਾ ਕਿਸੇ ਨੂੰ ਜੱਜ ਕਰਨਾ, ਮੈਂ ਆਪਣੇ ਆਪ ਨੂੰ ਵੀ ਜੱਜ ਕਰਨਾ। ਹਾਂ, ਰਾਹ ਫੋਲੋ ਕਰ, ਹੁਕਮ ਉਹਦੇ ਨੂੰ ਮੰਨ। ਸੋ ਇੱਥੇ ਕਿਹਾ ਘਟ ਘਟ ਸ਼ਬਦ ਸਮਾਣੀ, ਤੇਰੇ ਗੁਣ ਗਾਵੈ ਸਹਿਜ ਸਮਾਵੈ, ਸ਼ਬਦੇ ਮੇਲ ਮਿਲਾਏ। ਜਿਹੜੇ ਤੇਰੇ ਗੁਣਗਾਨ ਕਰਦੇ ਉਹ ਫਿਰ ਵਾਰ-ਵਾਰ ਇੱਕੋ ਚੀਜ਼ ਤੇ ਐਮਫਸਾਈਜ਼ ਕਰਦੇ, ਸ਼ਬਦ ਹੀ ਕਲਿਆਣ ਕਰਨ ਵਾਲਾ ਆ। ਪਹਿਲਾ ਸ਼ਬਦ ਹੁਕਮ ਦੇ ਰੂਪ ਵਿੱਚ ਆ ਰਿਹਾ, ਦੂਜਾ ਹੁਕਮ ਦੇ ਬਜਾਏ ਗਿਆਨ, ਸੋਝੀ ਦੇ ਰੂਪ ਵਿੱਚ ਆ ਰਿਹਾ। ਬਿਲਕੁਲ ਅੰਤਲੀ ਲਾਈਨ ਆ, ਨਾਨਕ ਸਫਲ ਜਨਮ ਤਿਨ ਕੇਰਾ, ਜੇ ਸਤਿਗੁਰ ਹਰ ਮਾਰਗ ਪਾਏ। ਕਿਤੇ ਜਿਨ੍ਹਾਂ ਤੇ ਸਤਿਗੁਰੂ ਤਰਸ ਕਰੇ ਤੇ ਉਹਨਾਂ ਨੂੰ ਬਾਂਹ ਫੜ ਕੇ ਮਾਰਗ ਵਿਖਾ ਦੇ, ਰਾਹ ਪਾ ਦੇ। ਨਾਨਕ ਸਫਲ ਜਨਮ ਤਿਨ ਕੇਰਾ, ਉਹਨਾਂ ਦਾ ਜਨਮ ਸਫਲ ਹੈ, ਮੀਨਿੰਗਫੁਲ ਆ। ਦੋਜ਼ who have meaningful life, who really actually enjoy this life in a real sense, the essence of life. Otherwise, people are living in this world actually spending their time
ਜਸਟ ਦੇਰ ਐਗਜ਼ਿਸਟਿੰਗ ਇਨ ਅ ਵੇ, ਦੇ ਆਰ ਨੋਟ ਲਿਵਿੰਗ ਐਟ ਆਲ, ਯੂ ਕੈਨ ਸੇ। ਜਿਹੜਾ ਐਕਚੁਅਲ 'ਤੇ ਹੈਗਾ, ਐਗਜ਼ਿਸਟੈਂਸ 'ਤੇ ਹੁੰਦੀ ਉਹਨਾਂ ਦੀ, ਪਰ ਲਿਵਿੰਗ ਜਿਹੜੀ ਹੈ, ਜਿਹੜਾ ਜੀਵਨ ਨੂੰ ਜਿਉਣ ਵਾਲਾ ਪੱਖ ਹੈ, ਉਹ ਮਾਇਨੇ ਨਹੀਂ ਰੱਖਦਾ। ਇੱਥੇ ਸਭ ਕਹਿੰਦੇ ਫਿਰ ਇੱਥੇ ਜਾ ਕੇ ਮਾਇਨੇ, ਜੀਵਨ ਜਿਉਣਾ ਹੀ ਆਨੰਦ ਹੈ। ਆਨੰਦ, ਇਟਸ ਨੋਟ ਏ ਕਾਈਂਡ ਆਫ destiny which you gonna earn one day like a paradise. No, no, no. Day to day life, everyday life, every moment of life is a paradise. People who know how to enjoy this paradise, this kind of heaven, those are living their life in a meaningful way. That is the main message Baba Ji is giving in this line. बड़ा शुक्रिया ਸਰੋਤ ਕਰਨ ਵਾਸਤੇ ਇੱਕ ਵਾਰ ਫਿਰ ਉਹਨਾਂ ਕਿਰਸਾਨ ਭੈਣ ਭਰਾਵਾਂ ਦੀ, ਕਿਰਤੀ ਲੋਕਾਂ ਦੀ ਚੜ੍ਹਦੀ ਕਲਾ ਦੀ ਅਰਦਾਸ ਦੇ ਨਾਲ ਸਮਾਪਨ ਕਰਦਾ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।